ਪੂਰੇ ਮੁਲਕ ਦੇ ਵਿੱਚ ਇੱਕ ਖਾਸ ਤਰੀਕੇ ਦਾ ਫਿਰਕੂਵਾਦ ਜਿਹੜਾ ਉਹ ਫੈਲਾ ਰਹੇ ਨੇ ਤੇ ਇੱਕ ਖਾਸ ਧਰਮ ਵਿਸ਼ੇਸ਼ ਦੇ ਖਿਲਾਫ ਬੋਲ ਰਹੇ ਪਰ ਜਦੋਂ ਚੀਫ ਜਸਟਿਸ ਆਫ ਇੰਡੀਆ ਭਾਰਤ ਦੀ ਸੁਪਰੀਮ ਕੋਰਟ ਦਾ ਪ੍ਰਮੁੱਖ ਜੱਜ ਇਹ ਕਹਿ ਰਿਹਾ ਕਿ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਖਬਰਾਂ ਨੇ ਉਹ ਦੇਸ਼ ਦਾ ਨਾਮ ਬਦਨਾਮ ਕਰ ਰਹੀਆਂ ਤੇ ਇਹ ਇੱਕ ਵੱਡੀ ਗੱਲ ਫ੍ਰੀ ਦਾ ਡੇਟਾ ਆ ਜਾਂ ਜਿਹੜਾ ਸਸਤਾ ਡੇਟਾ ਆ ਉਹਨੇ ਸਾਡੇ ਸਾਰੇ ਮੁਲਕ ਨੂੰ ਇੱਕ ਵੱਖਰੇ ਪਾਸੇ ਤੋਰ ਦਿੱਤਾ, ਇੱਕ ਵੱਖਰੇ ਕੰਮ ਚਲਾ ਦਿੱਤਾ। ਅਸੀਂ ਬਹੁਤ ਸਾਰਾ ਆਪਣਾ ਸਮਾਂ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਖਰਾਬ ਕਰ ਦਿੱਤਾ। ਚੁਟਕਲੇ ਬਣੇ ਹੋਏ ਹਨ ਕਿ ਜੇ 47 ਦੇ ਵਿੱਚ ਵੈਬਸਾਈਟਸ ਜਾਂ WhatsApp ਹੁੰਦਾ ਤੇ ਕ੍ਰਾਂਤੀ ਜਿਹੜੀ ਉਹ ਛੇਤੀ ਆ ਜਾਣੀ ਸੀ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਸਿਸਟਮ ਦੇ ਉੱਤੇ ਕਮੈਂਟ ਆ। ਬਹੁਤ ਸਾਰਾ ਇਤਿਹਾਸ ਸਾਨੂੰ ਤੋੜ ਮਰੋੜ ਕੇ ਪਿਛਲੇ 40 50 60 70 ਸਾਲ ਦਾ ਦਿਖਾ ਦਿੱਤਾ। ਪਤਾ ਨਹੀਂ ਕਿਹਨੂੰ ਹਿੰਦੂ ਤੋਂ ਮੁਸਲਮਾਨ ਤੇ ਮੁਸਲਮਾਨ ਤੋਂ ਈਸਾਈ ਬਣਾ ਕੇ ਹੁਣ ਤੱਕ ਇਹ ਪੇਸ਼ ਕਰ ਚੁੱਕੇ। ਸਰਕਾਰ ਇਸ ਕਰਕੇ ਵੀ ਕੰਟਰੋਲ ਘੱਟ ਕਰਦੀ ਆ ਕਿਉਂਕਿ ਜੇ ਉਹ ਇਹਨਾਂ ਨੂੰ ਟੋਟਲ ਬੰਦ ਕਰਦੀ ਆ ਜਾਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਆ ਫਿਰ ਉਹ ਜੋ ਆਪ ਕਰਨਾ ਚਾਹੁੰਦੀ ਆ ਉਹ ਵੀ ਨਹੀਂ ਕਰ ਪਾਉਂਦੀ। ਫੇਸਬੁੱਕ, YouTube, WhatsApp ਹਰ ਜਗ੍ਹਾ ਚਲਾਤਾ ਕਿ ਮੋਦੀ ਸਾਹਿਬ ਨੇ ਕਮਾਲ ਕਰਤੀ, ਕਰੋਨਾ ਠੀਕ ਹੋ ਗਿਆ ਤੇ GDP ਜਿਹੜੀ ਵੱਧ ਗਈ। ਪਰ ਉਹਦੇ ਲਈ ਅਸਲ ਜਿਹੜੀ ਗੱਲ ਆ ਉਹ ਹੋਰ ਤਰੀਕੇ ਨਾਲ ਸਮਝਣ ਵਾਲੀ ਆ। ਤੁਸੀਂ ਹੈਰਾਨ ਹੋ ਜਾਓਗੇ ਕਿ ਪਿਛਲੇ ਸਾਲ ਦੇ ਵਿੱਚ ਅਡਾਨੀ ਦੀ ਜਿਹੜੀ ਗਰੋਥ ਰਿਹਾ, ਇਹਦਾ 20% 3 ਮਹੀਨੇ ਦੀ ਗਰੋਥ ਹੈ ਨਾ, ਉਹਨਾਂ ਦੀ ਜਿਹੜੀ ਟੋਟਲ ਗਰੋਥ ਆ ਉਹ 829 ਗੁਣਾ ਹੋਈ। ਇੱਕ ਟੈਕਸ, ਇੱਕ ਦੇਸ਼, ਇੱਕ ਰਾਸ਼ਨ ਕਾਰਡ, ਇੱਕ ਦੇਸ਼, ਇੱਕ ਪ੍ਰਧਾਨ ਮੰਤਰੀ, ਇੱਕ ਦੇਸ਼ ਤੇ ਇੱਕ ਪਾਰਟੀ, ਹੋਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਇੱਕ ਕੀਤੀਆਂ। ਨੀਤੀ ਆ ਜਾਂ ਇਹਨਾਂ ਦੀ ਜਿਹੜੀ ਸੋਚ ਆ ਉਹ ਉਸੇ ਤਰੀਕੇ ਦੀ ਆ ਕਿ ਵੋਟਾਂ ਲੈ ਲਈਆਂ, ਸਾਰਾ ਕੁਛ ਹੀ ਰੋਜ਼ ਦੀ ਰੋਜ਼ ਕਦੀ ਇੱਕ ਚੀਜ਼ ਕਦੀ ਦੂਜੀ ਚੀਜ਼ ਕਾਰਪੋਰੇਟ ਅਦਾਰਿਆਂ ਨੂੰ ਸੌਂਪੀ ਜਾਓ ਤੇ ਮਸਲਾ ਜਿਹੜਾ ਆ ਸਰਕਾਰ ਦਾ ਕੰਮ ਸਿਰਫ ਸਰਕਾਰ ਚਲਾਉਣਾ ਹੀ ਰਹਿ ਜਾਵੇ ਤੇ ਗਵਰਨਿੰਗ ਜਿਹੜੀ ਆ ਜਾਂ ਗਵਰਨੈਂਸ ਜਿਹੜੀ ਆ ਉਹ ਫਿਰ ਕਾਰਪੋਰੇਟ ਅਦਾਰੇ ਹੀ ਕਰਨ। 1000 ਰੁਪਏ ਨੂੰ ਸਿਲੰਡਰ ਜਿਹੜਾ ਨੇੜੇ ਤੇੜੇ ਹੋ ਗਿਆ, ਕੁਝ ਭਾਅ ਨਹੀਂ ਬਚਦੀ ਹੋਣੀ ਜੇ 1000 ਰੁਪਈਆ ਤੁਸੀਂ ਲੈ ਕੇ ਇੱਕ ਗੈਸ ਦਾ ਸਿਲੰਡਰ ਲੈਣ ਜਾਓ। ਤੇ ਮਹਿੰਗਾਈ ਵੱਲੇ ਸਰਕਾਰ ਦਾ ਕੋਈ ਧਿਆਨ ਨਹੀਂ ਆ। ਪਰ ਇੱਕ ਹੋਰ ਬੜੀ ਅਨੋਖੀ ਤੇ ਬੜੀ ਵਿਚਿੱਤਰ ਗੱਲ ਆ ਕਿ ਇੱਥੇ ਲੋਕਾਂ ਦਾ ਵੀ ਧਿਆਨ ਮਹਿੰਗਾਈ ਵੱਲ ਹੈ ਨਹੀਂ। ਜਿੰਨਾ ਕਿਸਾਨਾਂ ਨੇ ਵਿਰੋਧ ਦਿਖਾਇਆ, ਇੱਦਾਂ ਜੇ ਮਹਿੰਗਾਈ ਦੇ ਖਿਲਾਫ ਪੂਰੇ ਮੁਲਕ ਦੇ ਵਿੱਚ ਇੱਕ ਵਿਰੋਧ ਨਜ਼ਰ ਆਵੇ ਫਿਰ ਸਮਝ ਲੱਗੇਗੀ ਕਿ ਸਰਕਾਰ ਗਲਤ ਕਰ ਰਹੀ ਹੈ। ਅੰਦਰ ਤੇ ਸਾਰਿਆਂ ਨੇ ਕਿਸੇ ਨੇ ਕੁਝ ਨਹੀਂ ਬੋਲਿਆ ਤੇ ਬਾਹਰ ਆ ਕੇ ਫਿਰ ਸਾਰਿਆਂ ਨੇ ਉਹੀ ਰਾਜੀ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਬਾਹਰ ਆ ਕੇ ਗੱਲਾਂ ਕੀਤੀਆਂ। ਦਿੱਲੀ ਦਾ ਜਿਹੜਾ 에ਅਰਪੋਰਟ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਆ ਉਹਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਵੇ, ਇੱਦਾਂ ਦੀਆਂ ਗੱਲਾਂ ਉਹਨਾਂ ਨੇ ਬਾਹਰ ਆ ਕੇ ਕੀਤੀਆਂ। ਤੇ ਕਾਂਗਰਸ ਵਾਲੇ ਬੰਦੇ ਇਹ ਬਾਹਰ ਆ ਕੇ ਕਹਿੰਦੇ ਸੁਣੇ ਗਏ ਕਿ ਤੁਸੀਂ ਅੰਦਰ ਕਿਉਂ ਨਹੀਂ ਇਹ ਗੱਲਾਂ ਕੀਤੀਆਂ। ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਉਹਨਾਂ ਨੂੰ ਉੱਥੇ ਗੱਲ ਨਹੀਂ ਸੀ ਆਉਂਦੀ। ਪਾਣੀ ਪੀ ਕੇ ਆਪਣੇ ਖੁਸ਼ਕ ਗਲੇ ਨੂੰ ਤਰ ਕਰਨ ਦੀ ਕੋਸ਼ਿਸ਼ ਕਰਦੇ ਸੀ। ਮੀਟਿੰਗਾਂ 'ਚੋਂ ਉੱਠ ਕੇ ਜਾ ਕੇ ਉਹ ਗ੍ਰਹਿ ਮੰਤਰੀ ਨਾਲ ਜਾਂ ਹੋਮ ਮਿਨਿਸਟਰੀ ਨਾਲ ਜਾਂ PMO ਦੇ ਵਿੱਚ ਕੁਝ ਅਧਿਕਾਰੀਆਂ ਨਾਲ ਜਾਂ ਪਤਾ ਨਹੀਂ ਪ੍ਰਧਾਨ ਮੰਤਰੀ ਨਾਲ ਕਰਦੇ ਹੋਣ, ਉਹਨਾਂ ਨਾਲ ਗੱਲਾਂ ਕਰਦੇ ਸੀ ਤੇ ਫਿਰ ਆ ਕੇ ਬੈਠਦੇ ਸੀ। ਦੇਖੋ ਇਹ ਗੱਲ ਬਿਲਕੁਲ ਦਰੁਸਤ ਆ ਉਹਨਾਂ ਦੀ ਜਿੰਨੀਆਂ ਵੀ ਗੱਲਾਂ ਕੀਤੀਆਂ। ਪਰ ਦਸ਼ਾ ਤੇ ਦਿਸ਼ਾ ਖੇਤੀ ਦੀ ਸੁਧਰੇਗੀ, ਦਸ਼ਾ ਤੇ ਦਿਸ਼ਾ ਭਾਰਤ ਦੀ ਵੀ ਸੁਧਰੇਗੀ। ਪਰ ਉਹ ਜਿਹੜੇ ਲੋਕ ਨੇ, ਉਹ ਜਿਹੜੇ 60 ਕਰੋੜ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਨੇ, ਉਹ ਫਿਰ ਸਿਰਫ ਔਰ ਸਿਰਫ ਲੇਬਰ ਵਾਲੇ ਬਣ ਕੇ ਰਹਿ ਜਾਣਗੇ, ਉਹ ਕਿਸਾਨ ਨਹੀਂ ਰਹਿਣਗੇ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਸੋਸ਼ਲ ਮੀਡੀਆ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੀ ਖਦਸ਼ੇ ਜ਼ਾਹਿਰ ਕੀਤੇ, ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਕਿਉਂ ਲਿਖੀ, GDP GST ਵੱਧ ਰਹੀ ਹੈ ਤੇ ਨਾਲੋਂ ਨਾਲ ਮਹਿੰਗਾਈ ਕਿਉਂ ਵੱਧ ਰਹੀ ਹੈ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਅਮਰਿਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ 'ਚ। ਸ਼ੁਕਰੀਆ ਪਰਮਿੰਦਰ ਜੀ। ਅੱਜ ਤੁਸੀਂ ਸਿਆਸਤ ਦੀ ਗੱਲ ਨਹੀਂ ਕੀਤੀ, ਮੌਸਮ ਠੀਕ ਹੋ ਗਿਆ ਇਸ ਕਰਕੇ ਤੁਸੀਂ ਅੱਜ ਸਿਆਸਤ ਨੂੰ ਭੁੱਲ ਰਹੇ ਆ ਲੱਗਦਾ। ਨਹੀਂ ਮੈਂ ਸਿਆਸਤ ਨੂੰ ਭੁੱਲੀ ਨਹੀਂ, ਉਹਨੂੰ ਵੀ ਸ਼ਾਮਿਲ ਕਰਾਂਗੇ। ਪਰ ਕੁਝ ਨਹੀਂ ਇਸ ਵੇਲੇ ਭੁੱਲਣਾ ਮਤਲਬ ਗਲਤੀ ਹੋ ਸਕਦੀ ਵੱਡੀ, ਕਿਉਂਕਿ ਪੰਜਾਬ ਦਾ ਮਾਹੌਲ ਜਿਸ ਤਰੀਕੇ ਨਾਲ ਬਦਲ ਰਿਹਾ ਨਾ, ਉਸ ਹਿਸਾਬ ਨਾਲ ਉਹਨੂੰ ਜ਼ਰਾ ਰਾਜ 'ਚ ਪਰਦੇ 'ਚ ਰੱਖ ਕੇ ਪਰਦਾ ਇੱਕ ਵਾਰ ਖੋਲਾਂਗੇ ਵਿੱਚ ਜ਼ਰੂਰ। ਕੈਪਟਨ ਸਾਹਿਬ, ਸਿੱਧੂ ਸਾਹਿਬ, ਸੁਖਬੀਰ ਸਾਹਿਬ ਤੇ ਬਹੁਤ ਸਾਰੇ ਸਾਹਿਬਾਂ ਨੂੰ ਤੁਸੀਂ ਅੱਜ ਛੱਡ ਦਿੱਤਾ ਲੱਗਦਾ। ਨਹੀਂ ਛੱਡਿਆ ਬਿਲਕੁਲ ਨਹੀਂ, ਸ਼ਾਮਿਲ ਕਰਾਂਗੇ। ਪਰ ਪਹਿਲਾਂ ਅੱਜ ਦੇ ਜਿਹੜੀ ਵੱਡੀ ਗੱਲ ਹੈ ਨਾ, ਉਹ ਸੋਸ਼ਲ ਮੀਡੀਆ ਅੱਜ ਕੱਲ੍ਹ ਦੇ ਜ਼ਮਾਨੇ 'ਚ ਬੜਾ ਪਾਪੂਲਰ ਹੈ। ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਂਦਾ ਹੈ। ਪਰ ਸੋਸ਼ਲ ਮੀਡੀਆ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਕਿਉਂ ਬੋਲਣਾ ਪਿਆ ਜਾਂ ਕਿਸ ਵਜ੍ਹਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੋਈ ਖਦਸ਼ੇ ਜ਼ਾਹਿਰ ਕੀਤੇ ਨੇ? ਚੀਫ ਜਸਟਿਸ ਆਫ ਇੰਡੀਆ, ਆਪਾਂ ਜਿਹਨੂੰ CJI ਕਹਿੰਦੇ ਆ, ਜਸਟਿਸ NV ਰਮੰਨਾ, ਜਸਟਿਸ AS ਬੋਪੰਨਾ ਤੇ ਜਸਟਿਸ ਸੂਰਿਆਕਾਂਤ ਦੀ ਪਟੀਸ਼ਨ ਕੋਲ ਇੱਕ ਸੁਣਵਾਈ ਚੱਲਦੀ ਸੀ।
ਤੁਹਾਨੂੰ ਯਾਦ ਹੋਣਾ ਚੰਗੀ ਤਰੀਕੇ ਨਾਲ ਤੇ ਦਰਸ਼ਕ ਵੀ ਹਲੇ ਭੁੱਲੇ ਨਹੀਂ ਹੋਣੇ। ਪਿਛਲੇ ਸਾਲ ਕਰੋਨਾ ਦੇ ਦੌਰਾਨ ਜਦੋਂ ਤਬਲੀਗੀ ਜਮਾਤ ਦੇ ਇੱਕ ਨਿਜ਼ਾਮੁਦੀਨ ਜਿਹੜਾ ਮਰਕਜ਼ ਆ ਦਿੱਲੀ ਦੇ ਵਿੱਚ, ਉਹਨਾਂ ਦਾ ਉੱਥੇ ਇਕੱਠ ਸੀ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਉਹਨਾਂ ਨੇ ਕੋਵਿਡ ਨੂੰ ਫੈਲਾਉਣ ਦੇ ਵਿੱਚ ਭਾਰਤ 'ਚ ਬਹੁਤ ਵੱਡਾ ਰੋਲ ਪਲੇ ਕੀਤਾ। ਉੱਥੋਂ ਦੇ ਲੋਕਾਂ ਨੇ, ਉਸ ਮਰਕਜ਼ ਦੇ ਉਸ ਸੰਗਠਨ ਦੇ ਲੋਕਾਂ ਨੇ ਇੱਕ ਐਪਲੀਕੇਸ਼ਨ ਪਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਕੁਝ ਖਾਸ ਤਰ੍ਹਾਂ ਦੀਆਂ ਜਿਹੜੀਆਂ ਵੈਬਸਾਈਟਸ ਆ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਤੁਸੀਂ ਐਲੀਮੈਂਟਸ ਕਹਿੰਦੇ ਆ, ਕੁਝ ਨਿਊਜ਼ ਚੈਨਲਸ ਨੇ ਜਿਹੜੇ ਇੰਟਰਨੈਟ ਤੇ ਸਰਗਰਮ ਨੇ, ਚਾਹੇ ਉਹ ਦੂਸਰੇ ਤਰੀਕੇ ਨਾਲ ਵੀ ਸਰਗਰਮ ਹੋਣ, ਉਹ ਪੂਰੇ ਮੁਲਕ ਦੇ ਵਿੱਚ ਇੱਕ ਖਾਸ ਤਰੀਕੇ ਦਾ ਫਿਰਕੂਵਾਦ ਜਿਹੜਾ ਉਹ ਫੈਲਾ ਰਹੇ ਨੇ ਤੇ ਇੱਕ ਖਾਸ ਧਰਮ ਵਿਸ਼ੇਸ਼ ਦੇ ਖਿਲਾਫ ਬੋਲ ਰਹੇ ਨੇ। ਉਹਦੇ ਤੇ ਸੁਣਵਾਈ ਕਰਦੇ ਇਹਨਾਂ ਤਿੰਨਾਂ ਮਹਾਨ ਜਸਟਿਸ ਜਿਹੜੇ ਸਾਡੇ ਮੁਲਕ ਦੇ ਵਧੀਆ ਜੱਜ ਨੇ, ਉਹਨਾਂ ਨੇ ਇੱਕ ਖਦਸ਼ਾ ਜ਼ਾਹਰ ਕੀਤਾ, ਜਿਹੜੀ ਤੁਸੀਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਜਾਂ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਦੀਆਂ ਐਪਲੀਕੇਸ਼ਨਸ ਨੇ, ਚਾਹੇ ਉਹ YouTube ਆ, ਚਾਹੇ ਉਹ Facebook ਆ, Twitter ਆ, WhatsApp ਆ, ਫਲਾ ਬੜੀ ਲੰਬੀ ਚੌੜੀ ਲਿਸਟ ਹੈ ਇਹਨਾਂ ਦੀ, ਕਿ ਇਹ ਜਿਹੜੇ ਸਾਰੇ ਨੇ ਇਹ ਬਹੁਤ ਸਾਰੀਆਂ ਝੂਠੀਆਂ ਖਬਰਾਂ, ਫਿਰਕੂ ਖਬਰਾਂ, ਕਮਿਊਨਲ ਖਬਰਾਂ ਤੇ ਕੁਝ ਇਹੋ ਜਿਹਾ ਮਟੀਰੀਅਲ ਪੂਰੇ ਮੁਲਕ 'ਚ ਫੈਲਾ ਰਹੇ ਨੇ ਜਿਹਦੇ ਨਾਲ ਜਸਟਿਸ ਨੇ ਤਾਂ ਕਿਹਾ ਕਿ ਦੇਸ਼ ਦਾ ਨਾਮ ਵੀ ਬਦਨਾਮ ਹੁੰਦਾ। ਦੇਖੋ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜੀ ਕੋਈ ਗੱਲ ਤੁਸੀਂ ਜਾਂ ਮੈਂ ਕਹਿੰਦੇ ਆ ਉਹਦੇ ਇੱਕ ਅਰਥ ਨੇ, ਕਿਉਂਕਿ ਤੁਸੀਂ ਔਨ ਦਾ ਰਿਕਾਰਡ ਕੈਮਰੇ ਤੇ ਬੋਲ ਰਹੇ ਹਾਂ। ਜਦੋਂ ਅਸੀਂ ਆਪਸ 'ਚ ਬੈਠ ਕੇ ਗੱਲਾਂ ਕਰਦੇ ਹਾਂ, ਅਸੀਂ ਕਈ ਵਾਰ ਹਲਕੀਆਂ ਗੱਲਾਂ ਜਾਂ ਕਈ ਵਾਰ ਜੱਬਲੀਆਂ ਜਾਂ ਜੱਕੜੀਆਂ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵੀ ਅਸੀਂ ਕਰਦੇ ਹਾਂ। ਪਰ ਜਦੋਂ ਚੀਫ ਜਸਟਿਸ ਆਫ ਇੰਡੀਆ, ਭਾਰਤ ਦੀ ਸੁਪਰੀਮ ਕੋਰਟ ਦਾ ਪ੍ਰਮੁੱਖ ਜੱਜ ਇਹ ਕਹਿ ਰਿਹਾ ਕਿ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਖਬਰਾਂ ਨੇ ਉਹ ਦੇਸ਼ ਦਾ ਨਾਮ ਬਦਨਾਮ ਕਰ ਰਹੀਆਂ, ਤੇ ਇਹ ਇੱਕ ਵੱਡੀ ਗੱਲ ਆ, ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਆ, ਇਹ ਇੱਕ ਗੰਭੀਰ ਮੁੱਦਾ ਆ। ਇਸੇ ਕਰਕੇ ਤੁਸੀਂ ਇਹਨੂੰ ਚੁਣਿਆ ਤੇ ਇਸੇ ਕਰਕੇ ਅਸੀਂ ਇੱਥੇ ਬਹਿਸ ਕਰ ਰਹੇ ਹਾਂ। ਹੁਣ ਗੱਲ ਇਹ ਆ ਕਿ ਇਹ ਕਿਉਂ ਇੱਦਾਂ ਉਹਨਾਂ ਨੂੰ ਕਹਿਣਾ ਪਿਆ। ਫਿਰ ਮੈਂ ਇੱਕ ਵਾਰ ਰਾਜਨੀਤੀ ਦੀ ਗੱਲ ਕਰਾਂ ਤੇ ਜਦੋਂ ਦਿੱਲੀ ਦੀ ਜਿਹੜੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਤੇ ਉਹਨਾਂ ਨੇ ਇਹ ਜਿਹੜਾ ਇੱਕ ਪੂਰਾ ਆਪਣਾ ਚੋਣ ਪ੍ਰਚਾਰ ਦਾ ਤਰੀਕਾ ਸੀ ਉਹ ਸਾਰਾ ਬਦਲ ਦਿੱਤਾ। ਸਾਰਾ ਹੀ ਉਹਨਾਂ ਨੇ ਚੋਣ ਪ੍ਰਚਾਰ ਜਿਹੜਾ ਸੀ ਉਹ ਮੀਡੀਆ ਦੇ ਤਰੀਕੇ ਦੇ ਨਾਲ, ਨਵੇਂ ਤਰੀਕੇ ਦੇ ਨਾਲ ਵਿੱਢਿਆ, ਜਿਹਨੂੰ ਅਸੀਂ ਸੋਸ਼ਲ ਮੀਡੀਆ ਤੇ ਕਹਿੰਦੇ ਹਾਂ। ਫੇਸਬੁੱਕ, WhatsApp, ਮੈਸੇਜ, ਕਾਲਸ, ਵੌਇਸ ਕਾਲਸ, ਉਹ ਸਾਰੀਆਂ ਚੀਜ਼ਾਂ ਨਾਲ ਉਹਨਾਂ ਨੇ ਹਰ ਬੰਦੇ ਤੱਕ ਪਹੁੰਚਣ ਦਾ ਜਿਹੜਾ ਆ ਉਹ ਯਤਨ ਕੀਤਾ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਅੰਬਾਨੀ ਨੇ ਕਿਹਾ ਸੀਗਾ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਡੇਟਾ ਹੋਣੀ ਆ। ਤੇ ਭਾਰਤ ਦੇ ਬੜੇ ਵੱਡੇ ਪੱਤਰਕਾਰ ਨੇ, ਟੀਵੀ ਤੇ ਰੋਜ਼ ਬੋਲਦੇ ਨੇ, ਪ੍ਰਾਈਮ ਟਾਈਮ ਦੇ ਵਿੱਚ, ਖਾਸ ਟਾਈਮ ਦੇ ਵਿੱਚ, ਉਹ ਕਹਿੰਦੇ ਨੇ ਕਿ ਜਿਹੜਾ ਫ੍ਰੀ ਦਾ ਡੇਟਾ ਆ ਜਾਂ ਜਿਹੜਾ ਸਸਤਾ ਡੇਟਾ ਆ ਉਹਨੇ ਸਾਡੇ ਸਾਰੇ ਮੁਲਕ ਨੂੰ ਇੱਕ ਵੱਖਰੇ ਪਾਸੇ ਤੋਰ ਦਿੱਤਾ, ਇੱਕ ਵੱਖਰੇ ਕੰਮ 'ਚ ਲਾ ਦਿੱਤਾ। ਅਸੀਂ ਬਹੁਤ ਸਾਰਾ ਆਪਣਾ ਸਮਾਂ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਖਰਾਬ ਕਰਦੇ ਹਾਂ। ਸੋ ਚੀਫ ਜਸਟਿਸ ਨੂੰ ਤੇ ਉਹ ਜਿਹੜੇ ਨਾਲ ਹੋਰ ਦੋ ਮੁੱਖ ਜੱਜ ਸੀ, ਉਹਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਇਹ ਜਿਹੜੀਆਂ ਵੈਬਸਾਈਟਸ ਨੇ, ਨਿਊਜ਼ ਪੋਰਟਲਸ ਨੇ, ਇਹ ਸਾਡੇ ਮੁਲਕ ਨੂੰ ਬਦਨਾਮ ਕਰ ਰਹੀਆਂ ਨੇ, ਗਲਤ ਜਾਣਕਾਰੀ ਦੇ ਰਹੀਆਂ ਨੇ ਤੇ ਕੁਝ ਅਜਿਹਾ ਕਰ ਰਹੀਆਂ ਨੇ ਜਿਹਦੇ ਨਾਲ ਕਿ ਕਮਿਊਨਿਜ਼ਮ ਜਿਹੜਾ, ਕਮਿਊਨਲਿਜ਼ਮ, ਫਿਰਕੂਵਾਦ ਜਿਹੜਾ ਆ, ਧਾਰਮਿਕ ਵਖਰੇਵਾਂ ਕਹਿ ਲਓ ਜਾਂ ਜਾਤੀਵਾਦ ਦੇ ਵਿੱਚ ਜਿਹੜਾ ਵਖਰੇਵਾਂ ਕਹਿ ਲਓ, ਉਹ ਵੱਧ ਰਿਹਾ। ਜੇ ਤੁਸੀਂ ਇਹਨੂੰ ਫਿਰ ਉਸੇ ਗੱਲ ਤੇ ਵਾਪਸ ਲੈ ਕੇ ਆਈਏ ਤੇ ਅਸੀਂ ਜਦੋਂ ਇਸ ਜਿਹੜੀ ਮੌਜੂਦਾ ਸੱਤਾ ਤੇ ਰਿਹਾ ਇਹਦੀ ਗੱਲ ਕਰੀਏ ਤੇ ਇਹ ਇਸ ਕੰਮ ਲਈ ਜਾਣੇ ਜਾਂਦੇ ਨੇ ਕਿ ਇਹ ਇੱਕ ਖਾਸ ਤਰੀਕੇ ਦਾ ਧਾਰਮਿਕ ਉਨਮਾਦ ਬਣਾ ਕੇ ਰੱਖਦੇ ਨੇ, ਧਰਮ ਦੇ ਵਿੱਚ ਇੱਕ ਖਾਸ ਤਰੀਕੇ ਦੀ ਵੰਡ ਪਾ ਕੇ ਰੱਖਦੇ ਨੇ। ਚਾਹੇ ਇਹਨਾਂ ਨੂੰ ਉਹਦੇ ਲਈ ਮੰਦਿਰ ਮਸਜਿਦ ਦਾ ਮੁੱਦਾ ਉਠਾਉਣਾ ਪਵੇ, ਚਾਹੇ ਇਹਨਾਂ ਨੂੰ ਉਹਦੇ ਲਈ ਗਊ ਵਾਲਾ ਮੁੱਦਾ ਉਠਾਉਣਾ ਪਵੇ, ਚਾਹੇ ਇਹਨਾਂ ਨੂੰ ਉਹਦੇ ਲਈ ਕਿਸੇ ਹੋਰ ਇਹੋ ਜਿਹੀ ਗੱਲ ਦੇ ਉੱਤੇ ਜਿਹੜਾ ਆ, ਚਾਹੇ ਲਵ ਜਿਹਾਦ ਵਾਲੀ ਗੱਲ ਕਰਨੀ ਪਵੇ, ਜਿਹਦੇ ਨਾਲ ਇਹ ਜਿਹੜਾ ਆ ਇੱਕ ਖਾਸ ਤਰੀਕੇ ਦਾ ਵਖਰੇਵਾਂ ਜਿਹੜਾ ਆ ਉਹ ਬਣਾ ਕੇ ਚੱਲਦੇ ਨੇ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਗੱਲਬਾਤ ਜਾਰੀ ਰੱਖਿਓ, ਪਰ ਮੇਰੇ ਮਨ 'ਚ ਨਾ ਇਸ ਵੇਲੇ ਬੜਾ ਤੇਜ਼ੀ ਨਾਲ ਅੰਦਰ ਗੱਲ ਆ ਰਹੀ ਹੈ ਕਿ ਮੈਂ ਫਟਾਫਟ ਤੁਹਾਡੇ ਕੋਲੋਂ ਪੁੱਛ ਲਵਾਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਤੇ ਉੱਪਰ ਜ਼ਿਆਦਾਤਰ ਕਾਬਜ ਰਾਜਨੀਤਿਕ ਪਾਰਟੀਆਂ ਹੀ ਨੇ, ਉਹਨਾਂ ਦੇ ਹੀ ਵੱਖਰੇ ਵੱਖਰੇ ਪਲੇਟਫਾਰਮਸ ਨੇ ਤੇ ਉੱਤੇ ਉਹ ਆਪਣੇ ਮਤਲਬ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਇੱਕ ਜ਼ਰੀਆ ਬਣਾਇਆ ਹੋਇਆ ਉਹਨਾਂ ਨੇ? ਦੇਖੋ, ਜਸਟਿਸ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹਦੇ 'ਚ ਉਹਨਾਂ ਨੇ ਸਿੱਧਾ ਕਿਸੇ ਵੀ ਸਿਆਸੀ ਧਿਰ ਨੂੰ ਜ਼ਿੰਮੇਵਾਰ ਨਹੀਂ ਬਣਾਇਆ, ਪਰ ਗੱਲ ਤੇ ਸਾਫ਼ ਆ ਕਿ ਚਾਹੇ ਉਹ ਕਾਰਪੋਰੇਟਸ ਨੇ, ਚਾਹੇ ਉਹ ਸਿਆਸੀ ਧਿਰਾਂ ਨੇ, ਤੇ ਚਾਹੇ ਉਹ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋਣ ਵਾਲੀਆਂ ਧਿਰਾਂ ਨੇ, ਚਾਹੇ ਮੇਰਾ ਹੀ ਕੋਈ ਚੈਨਲ ਕਿਉਂ ਨਾ ਹੋਵੇ, ਜੇ ਉਹ ਇਹੋ ਜਿਹੀ ਕੋਈ ਜਾਣਕਾਰੀ ਦਿੰਦਾ ਹੈ ਜਿਹਦੇ ਲਈ ਉਹ ਮਸ਼ਹੂਰ ਹੋਣਾ ਚਾਹੁੰਦਾ, ਤੇ ਲਾਜ਼ਮੀ ਗੱਲ ਹੈ ਕਿ ਉਹ ਜਿਹੜੀ ਜਾਣਕਾਰੀ ਹੈ ਉਹਨੂੰ ਸੁਣਨ ਵਾਲੇ, ਉਹਨੂੰ ਸ਼ੇਅਰ ਕਰਨ ਵਾਲੇ, ਉਹਨੂੰ
ਪਬਲਿਸ਼ ਕਰਨ ਵਾਲੇ ਲੋਕ ਵੀ ਤੇ ਫਿਰ ਲੋਕਾਂ 'ਚ ਬੈਠੇ ਨੇ। ਜੀ। ਸੋ ਸਿਰਫ ਸਿਆਸੀ ਧਿਰਾਂ ਦੀ ਮੈਂ ਗੱਲ ਨਹੀਂ ਕਰਦਾ, ਮੈਨੂੰ ਇਦਾਂ ਲੱਗਦਾ ਕਿ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਲ ਕਰਨ ਦੀ ਵੀ ਕਈ ਵਾਰ ਸਰਕਾਰ ਨੇ ਕੋਸ਼ਿਸ਼ ਕੀਤੀ, ਜੀ। ਪਰ ਉਹਨਾਂ ਦਾ ਜਿਹੜਾ ਕੰਟਰੋਲ ਆ ਉਹ ਵੀ ਇੱਕ ਖਾਸ ਤਰੀਕੇ ਦਾ ਕੰਟਰੋਲ ਰਹਿ ਜਾਂਦਾ। ਸਾਰੀਆਂ ਚੀਜ਼ਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਪਾਉਂਦੇ। ਬਹੁਤ ਸਾਰੀਆਂ ਐਪਸ ਜਦੋਂ ਹਿੰਦੁਸਤਾਨ ਦਾ ਚੀਨ ਦੇ ਨਾਲ ਇੱਕ ਰੇੜਕਾ ਵਧਿਆ ਸੀ ਤੇ ਇਹਨਾਂ ਨੇ ਕੁਝ ਐਪਲੀਕੇਸ਼ਨਸ ਬੰਦ ਕੀਤੀਆਂ ਸੀ, ਪਰ ਅਸੀਂ ਅੱਜ ਵੀ ਦੇਖਦੇ ਹਾਂ ਕਿ ਉਹ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਉਹ ਸਿੱਧੇ ਤੌਰ ਤੇ ਭਾਵੇਂ ਨਹੀਂ ਚੱਲ ਰਹੀਆਂ, ਪਰ ਕਿਸੇ ਹੋਰ ਚੈਨਲ ਤੋਂ ਉਹ ਸਾਰੀਆਂ ਇੰਡੀਆ ਦੇ ਵਿੱਚ ਉਦਾਂ ਦੀਆਂ ਉਵੇਂ ਦਾ ਉਵੇਂ ਹੀ ਕੰਮ ਜਿਹੜੀਆਂ ਉਹ ਕਰ ਰਹੀਆਂ। ਸੋ ਉਸ ਤੋਂ ਬਾਅਦ ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਫਿਰਕੂ ਸਦਭਾਵਨਾ ਦੀ ਜਾਂ ਫਿਰਕੂਵਾਦ ਨੂੰ ਫੈਲਾਉਣ ਦੀ, ਤੇ ਮੈਨੂੰ ਇਦਾਂ ਲੱਗਦਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਇੱਕ ਵਾਰ ਕਿਸੇ ਬੰਦੇ ਨਾਲ ਮੁਲਾਕਾਤ ਹੋਈ ਜਿਹੜਾ ਕਿ ਕਿਸੇ ਪਾਰਟੀਕੂਲਰ ਪਾਰਟੀ ਲਈ IT ਸੈੱਲ 'ਚ ਕੰਮ ਕਰਦਾ ਸੀ। ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕਿਵੇਂ ਕੰਮ ਕਰਦੇ ਆ ਜਾਂ ਕਿਵੇਂ ਤੁਹਾਡਾ ਕੰਮਕਾਰ ਚੱਲਦਾ। ਫਿਰ ਉਹਨੇ ਦੱਸਿਆ ਕਿ ਸਾਨੂੰ ਇੱਕ ਪੋਸਟ ਦਿੱਤੀ ਜਾਂਦੀ ਹੈ ਕਿ ਅੱਜ ਇੱਕ ਤੁਸੀਂ ਪੋਸਟ ਪਾਉਣੀ ਆ ਜਾਂ ਬਣਾਉਣੀ ਆ ਜਾਂ ਕ੍ਰੀਏਟ ਕਰਕੇ ਇੱਕ ਇਹੋ ਜਿਹੀ ਖਬਰ ਪਾਉਣੀ ਆ, ਮੰਨ ਲਓ ਪੰਜਾਬ ਵਾਲੇ ਹਿੱਸੇ 'ਚ ਪਾਉਣੀ ਆ, ਤੇ ਖਬਰ ਇਹ ਦੱਸਣੀ ਆ ਕਿ ਤ੍ਰਿਪੁਰਾ ਦੇ ਵਿੱਚ ਇੱਕ ਧਾਰਮਿਕ ਵਿਸ਼ੇਸ਼ ਤੌਰ ਤੇ ਇੱਕ ਖਾਸ ਧਰਮ ਦੇ ਬੰਦੇ ਦੇ ਉੱਤੇ ਕੋਈ ਹਮਲਾ ਹੋ ਗਿਆ ਤੇ ਉਹਦੇ ਸੱਟ ਲੱਗ ਗਈ, ਤੇ ਇਹੋ ਜਿਹੀਆਂ ਕੋਈ ਫੋਟੋਗ੍ਰਾਫਸ ਪਾਤੀਆਂ। ਹੁਣ ਮੇਰੇ ਫੋਨ ਤੇ ਉਹ ਖਬਰ ਆ ਗਈ ਤੇ ਮੈਨੂੰ ਲੱਗਿਆ ਕਿ ਹੋ ਸਕਦਾ ਇਹ ਝੂਠੀ ਖਬਰ ਹੋਵੇ। ਜੇ ਮੈਂ ਥੋੜਾ ਜਿਹਾ ਨੈਗੇਟਿਵ ਲੈ ਕੇ ਚੱਲਾਂ ਵੀ ਨਹੀਂ ਇਹ ਯਾਰ ਫੇਸਬੁੱਕ ਦਾ ਝੂਠ ਹੋਣਾ, ਕਿਉਂਕਿ ਕਿਸੇ ਅਖਬਾਰ ਕਿਸੇ TV 'ਚ ਤਾਂ ਸੁਣੀ ਨਹੀਂ, ਇਹ ਝੂਠ ਹੋਏਗੀ। ਦੇਖੋ ਉਹਨਾਂ ਨੇ ਅਲੱਗ-ਅਲੱਗ ਆਈਡੀਜ਼ ਨੇ, ਅਲੱਗ-ਅਲੱਗ ਫੇਸਬੁੱਕ ਦੇ ਪੇਜ ਨੇ, ਅਲੱਗ-ਅਲੱਗ ਉਹਦੇ ਮਾਧਿਅਮ ਨੇ, ਹੋਰ ਜਿਹੜੀਆਂ ਵੀ ਉਹਨਾਂ ਨੂੰ ਤੁਸੀਂ ਕਹਿੰਦੇ ਆ ਟਵਿੱਟਰ ਦੇ ਹੈਂਡਲਸ ਨੇ, ਫੇਸਬੁੱਕ ਦੇ ਪੇਜ ਨੇ ਤੇ WhatsApp ਦੇ ਗਰੁੱਪ ਨੇ, ਉਹ ਅਲੱਗ-ਅਲੱਗ ਜਗ੍ਹਾ ਨੇ। ਇੱਕ ਵਾਰੀ ਮੇਰੇ ਕੋਲ ਇੱਕ ਖਬਰ ਆ ਗਈ, ਹਫ਼ਤੇ 10 ਦਿਨ ਬਾਅਦ ਕਿਸੇ ਹੋਰ ਚੈਨਲ ਤੋਂ ਉਹੀ ਖਬਰ ਆਏਗੀ, ਉਹੀ ਫੋਟੋ ਹੋਏਗੀ, ਉਹੋ ਜਿਹਾ ਕੁਝ ਤੱਥ ਹੋਣਗੇ, ਥੋੜਾ ਬਹੁਤ ਕੁਝ ਬਦਲਾਅ ਹੋਏਗਾ। ਫਿਰ ਮੈਂ ਸੋਚੂੰਗਾ ਨਹੀਂ ਯਾਰ ਦੂਜੀ ਵਾਰ ਖਬਰ ਹਫ਼ਤੇ 10 ਦਿਨ ਬਾਅਦ ਆਈ ਆ, ਵੀ ਖਬਰ ਹੋ ਸਕਦਾ ਕਿਸੇ ਚੈਨਲ ਨੇ ਨਾ ਦੇਖੀ ਹੋਵੇ ਜਾਂ ਸਾਡੇ ਧਿਆਨ 'ਚ ਨਾ ਆਈ ਹੋਵੇ। ਤੁਸੀਂ ਹੁਣ ਸੋਚੋ ਕਿ ਜਦੋਂ ਤੀਜੀ ਜਾਂ ਚੌਥੀ ਵਾਰ ਤੁਹਾਡੇ ਕੋਲ ਆਊਗੀ ਤੁਸੀਂ ਅੱਧਾ ਪਚੱਧਾ ਤਾਂ ਯਕੀਨ ਕਰ ਹੀ ਲਓਗੇ। ਜੇ ਤੁਸੀਂ ਬਿਲਕੁਲ ਨਹੀਂ ਕਰੋਗੇ ਤਾਂ ਜਦੋਂ ਤੁਸੀਂ ਅਗਲੀ ਵਾਰ ਕੋਈ ਹੋਰ ਇਦਾਂ ਦੀ ਖਬਰ ਭਾਵੇਂ 6 ਮਹੀਨੇ ਬਾਅਦ ਦੇਖੋਗੇ ਤਾਂ ਤੁਹਾਡੇ ਅਵਚੇਤਨ 'ਚ ਜਿਹੜੀਆਂ ਉਹ ਚੀਜ਼ਾਂ ਪਈਆਂ ਹੋਣਗੀਆਂ ਉਹ ਫਿਰ ਤੁਹਾਡੇ ਸਾਹਮਣੇ ਆਉਣਗੀਆਂ। ਬਿਲਕੁਲ ਇਦਾਂ ਹੀ ਉਹਨਾਂ ਨੇ ਦੱਸਿਆ ਕਿ YouTube ਤੇ ਤੁਸੀਂ ਜਾ ਕੇ ਦੇਖ ਲਓ ਕੌਣ ਕੀ ਕਹਾਣੀਆਂ ਬਣਾ ਕੇ ਦੱਸੀ ਜਾਂਦਾ, ਉਹਦੇ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ। ਫਿਰ ਜਸਟਿਸ ਸਾਹਿਬ ਨੇ ਜਿਹੜੀ ਵੱਡੀ ਗੱਲ ਕਹੀ, ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਇਹ ਸੋਸ਼ਲ ਮੀਡੀਆ ਦੇ ਜਿੰਨੇ ਤਰੀਕੇ ਨੇ ਇਹ ਕਿਤੇ ਵੀ ਲੋਕਾਂ ਲਈ ਜਵਾਬਦੇਹ ਨਹੀਂ ਹਨ। ਜੇ ਕੋਈ ਨਿਊਜ਼ ਚੈਨਲ ਆ, ਕੋਈ TV ਚੈਨਲ ਆ, ਕੋਈ ਅਖਬਾਰ ਆ, ਤਾਂ ਐਟਲੀਸਟ ਉਹ ਜਵਾਬਦੇਹ ਨੇ। ਤੇ ਇੱਥੇ YouTube ਚੈਨਲ ਬਣਾਉਣ ਦਾ ਜਾਂ Facebook ID ਬਣਾਉਣ ਦਾ ਤਾਂ ਕੋਈ ਲੰਬਾ ਚੌੜਾ ਮਸਲਾ ਹੀ ਨਹੀਂ, ਭਾਵੇਂ ਕੋਈ ਹਿੰਦੁਸਤਾਨ ਤੋਂ ਬਾਹਰ ਬੈਠਾ ਬਣਾ ਲਵੇ ਤੇ ਭਾਵੇਂ ਕੋਈ ਹਿੰਦੁਸਤਾਨ 'ਚ ਬਣਾ ਲਵੇ। ਹਾਲਾਂਕਿ ਉਹਦੇ ਤੇ YouTube ਜਾਂ ਜਿਹੜੇ Facebook ਦੇ ਉਹ ਨੇ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਨੇ ਉਹ ਆਪਣੇ ਤੌਰ ਤੇ ਕੁਝ ਚੈੱਕ ਰੱਖਦੀਆਂ ਨੇ, ਪਰ ਸਾਡੇ ਕੋਲ ਜਿਵੇਂ ਦਾ ਮਟੀਰੀਅਲ ਸਾਡੇ ਮੋਬਾਈਲ ਫੋਨਾਂ 'ਚ ਸਾਨੂੰ ਦਿਸਦਾ, ਅਸੀਂ ਦੇਖਦੇ ਹਾਂ ਕਿ ਉਹ ਚੈੱਕ ਐਂਡ ਬੈਲੈਂਸਸ ਜਿਹੜੇ ਆ ਉਹ ਕਿਤੇ ਪਿੱਛੇ ਹੀ ਰਹਿ ਜਾਂਦੇ ਨੇ। ਬਿਲਕੁਲ। ਸੋ ਇਹਨੂੰ ਸਰਕਾਰ ਇਹਨੂੰ ਕਿੱਦਾਂ ਕੰਟਰੋਲ ਕਰਦੀ ਆ, ਕਿੱਦਾਂ ਨਹੀਂ ਕਰਦੀ। ਸਰਕਾਰ ਇਸ ਕਰਕੇ ਵੀ ਕੰਟਰੋਲ ਘੱਟ ਕਰਦੀ ਆ ਕਿਉਂਕਿ ਜੇ ਉਹ ਇਹਨਾਂ ਨੂੰ ਟੋਟਲ ਬੰਦ ਕਰਦੀ ਆ ਜਾਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਆ, ਫਿਰ ਉਹ ਜੋ ਆਪ ਕਰਨਾ ਚਾਹੁੰਦੀ ਆ ਉਹ ਵੀ ਨਹੀਂ ਕਰ ਪਾਉਂਦੇ। ਬਿਲਕੁਲ ਜੀ, ਮਤਲਬ ਸਿਆਸਤਦਾਨਾਂ ਦੀ ਸਾਰੀ ਖੇਡ ਹੈ। ਪਰ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਨਾ ਆਮ ਲੋਕਾਂ ਲਈ ਇੱਕ ਪਾਵਰਫੁਲ ਸੋਰਸ ਬਣ ਗਿਆ, ਕਿਉਂਕਿ ਸਰਕਾਰਾਂ ਉਹਨਾਂ ਦੀਆਂ ਸੁਣਦੀਆਂ ਨਹੀਂ। ਜਿਹੜਾ ਕੋਈ ਮਸਲਾ ਹੱਲ ਕਰਾਉਣਾ ਹੋਏ ਤੇ ਅਧਿਕਾਰੀ ਵੀ ਨਹੀਂ ਸੁਣਦੇ, ਫਿਰ ਉਹਨਾਂ ਨੂੰ ਸੋਸ਼ਲ ਮੀਡੀਆ ਇੱਕ ਸੌਖਾ ਤਰੀਕਾ ਲੱਭਿਆ ਹੋਇਆ ਹੈ ਵੀ ਕਿਸੇ ਨਾ ਕਿਸੇ ਤਰੀਕੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਈ ਜਾਏ। ਜੇ ਲੋਕ ਪਿੱਛੇ ਲੱਗ ਜਾਣ ਤਾਂ ਫਿਰ ਮੈਨੂੰ ਲੱਗਦਾ ਕੰਮ ਛੇਤੀ ਹੋ ਜਾਂਦਾ। ਤੁਸੀਂ ਜਿਹੜੀ ਗੱਲ ਕੀਤੀ ਕਿ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਉਹਦੇ ਉੱਤੇ ਸਿਸਟਮ ਤੇ ਆ ਕੇ ਤੁਸੀਂ ਆਪਣੀ ਗੱਲ ਕਰਦੇ ਆ, ਤੇ ਉਹ ਮੈਨੂੰ ਇਦਾਂ ਲੱਗਦਾ ਜਿਹੜੀ ਜੱਜ ਸਾਹਿਬ ਨੇ ਗੱਲ ਕਹੀ ਕਿ ਇਹ ਜਵਾਬਦੇਹ ਨਹੀਂ ਹਨ। ਜਵਾਬਦੇਹ ਦਾ ਦੂਸਰਾ ਤਰੀਕਾ ਵੀ ਆ ਕਿ ਉਹ ਤੁਹਾਡੀ ਗੱਲ ਦਾ ਰਿਸਪੌਂਡ ਵੀ ਨਹੀਂ ਕਰਦੇ ਤੇ ਲੋਕਾਂ ਲਈ ਵੀ ਜਵਾਬਦੇਹ ਨਹੀਂ ਹਨ ਤੇ ਤੁਹਾਡੇ ਮਸਲੇ ਦਾ ਵੀ ਕੋਈ ਹੱਲ ਨਹੀਂ ਕਰਦੇ। ਇਹ ਚੁਟਕਲੇ ਬਣੇ ਹੋਏ ਹਨ ਕਿ ਜੇ 47 ਦੇ ਵਿੱਚ ਵੈਬਸਾਈਟਸ ਜਾਂ WhatsApp ਹੁੰਦਾ ਤੇ ਕ੍ਰਾਂਤੀ ਜਿਹੜੀ ਉਹ ਛੇਤੀ ਆ ਜਾਣੀ ਸੀ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਸਿਸਟਮ ਦੇ ਉੱਤੇ ਕਮੈਂਟ ਆ। ਇਹਦੇ ਨਾਲ ਦੀ ਨਾਲ ਦੂਸਰੀ ਗੱਲ ਵੀ ਆ ਪਰਮਿੰਦਰ ਜੀ, ਮੈਨੂੰ ਇਹਦਾ ਲੱਗਦਾ ਕਿ ਕਾਰਪੋਰੇਟਸ ਵੀ ਇਹਦਾ ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਨੇ ਤੇ ਨੀਮ ਹਕੀਮ ਵੀ ਇਹਦੇ ਤੇ ਬਹੁਤ ਮਸ਼ਹੂਰ ਨੇ। ਤੁਸੀਂ Facebook ਖੋਲ ਲਓ ਜਾਂ ਆਪਣੇ WhatsApp ਤੇ ਆ ਜਾਓ ਜਾਂ ਕਿਸੇ ਵੀ ਟਵਿੱਟਰ ਹੈਂਡਲ ਤੇ ਆ ਜਾਓ, ਤੁਹਾਨੂੰ ਇਹੋ ਜਿਹੀਆਂ ਐਡਵਰਟਾਈਜ਼ਮੈਂਟਸ ਮਿਲਣਗੀਆਂ ਜਿਹਦਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ, ਚਾਹੇ ਉਹ ਵਾਲ ਲੰਬੇ ਕਰਨ ਦੀਆਂ ਨੇ, ਚਾਹੇ ਉਹ ਮੋਟੇ ਪਤਲੇ ਹੋਣ ਦੀਆਂ ਨੇ। ਤੇ ਫਿਰ ਇੱਕ ਸਾਡਾ ਮਾਨਸਿਕ ਤੌਰ ਤੇ ਵੀ ਆ ਕਿ ਤੁਸੀਂ ਕੋਈ ਚੀਜ਼ ਪੜ੍ਹਦੇ ਆ ਤੇ ਤੁਹਾਨੂੰ ਸਟ੍ਰਾਈਕ ਕਰਦੀ ਹੈ, ਤੇ ਦੂਸਰੀ ਮੋਬਾਈਲ ਫੋਨ ਤੇ ਤੁਸੀਂ ਇਕੱਲੇ ਆ ਤੇ ਉਹ ਤੁਹਾਨੂੰ ਹੋਰ ਜ਼ਿਆਦਾ ਹਿੱਟ ਕਰਦੀ ਹੈ। ਤੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਦਵਾਈਆਂ ਐਵੇਂ ਵਰਤੀ ਜਾਂਦੇ ਨੇ ਜਾਂ ਨੁਸਖੇ ਜਿਹੜੇ ਨੇ ਅਜਮਾਈ ਜਾਂਦੇ ਨੇ, ਉਹਨਾਂ ਦਾ ਨੁਕਸਾਨ ਹੁੰਦਾ। ਪਰ ਜਿਹੜੀ ਅਦਾਲਤ ਦੀ ਗੱਲ ਆ ਉਹਦੇ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਹ ਜ਼ਰੂਰੀ ਗੱਲ ਆ। ਪਰ ਅਸੀਂ ਫਿਰ ਹਰ ਵਾਰ ਦੀ ਤਰ੍ਹਾਂ ਉਸੇ ਗੱਲ ਤੇ ਆਉਂਦੇ ਆ ਕਿ ਲੋਕਾਂ ਨੂੰ ਇਹਦੇ ਲਈ ਸੁਚੇਤ ਹੋਣਾ ਪਵੇਗਾ। WhatsApp ਯੂਨੀਵਰਸਿਟੀ ਤੇ ਜਿਹੜੀ ਸੋਸ਼ਲ ਮੀਡੀਆ ਦੀ ਯੂਨੀਵਰਸਿਟੀ ਹੈ ਇਹ ਤੋਂ ਬਚਣਾ ਪਵੇਗਾ, ਨਹੀਂ ਤਾਂ ਇਹਨਾਂ ਨੇ ਸਾਡਾ ਬਹੁਤ ਸਾਰਾ ਇਤਿਹਾਸ ਸਾਨੂੰ ਤੋੜ ਮਰੋੜ ਕੇ ਪਿਛਲੇ 40 50 60 70 ਸਾਲ ਦਾ ਦਿਖਾ ਦਿੱਤਾ ਤੇ ਪਤਾ ਨਹੀਂ ਕਿਹਨੂੰ ਹਿੰਦੂ ਤੋਂ ਮੁਸਲਮਾਨ ਤੇ ਮੁਸਲਮਾਨ ਤੋਂ ਈਸਾਈ ਬਣਾ ਕੇ ਹੁਣ ਤੱਕ ਇਹ ਪੇਸ਼ ਕਰ ਚੁੱਕੇ ਨੇ। ਜੀ ਅੰਮ੍ਰਿਤ ਸ਼ਰਮਾ ਜੀ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ TV ਤੇ ਵਿਚਾਰ ਚਰਚਾ ਪ੍ਰੋਗਰਾਮ ਜਾਰੀ ਰਹੇਗਾ।
ਅੰਤਰਾਲ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ। ਅੰਮ੍ਰਿਤਪਾਲ ਸ਼ਰਮਾ ਜੀ, ਵੈਸੇ ਇੱਕ ਗੱਲ ਸਵਾਲ ਤੋਂ ਪਹਿਲਾਂ ਦੀ ਬਈ ਸਵਾਲ ਤੋਂ ਪਹਿਲਾਂ ਵੀ ਸਵਾਲ ਹੀ ਹੈ ਜੀ। ਨਹੀਂ ਸਵਾਲ ਬਿਲਕੁਲ ਨਹੀਂ ਹੈ, ਬਸ ਤੁਹਾਡੇ ਵਿਚਾਰ ਅਲੱਗ ਤੋਂ। ਬਈ ਬੰਦਾ ਭਾਵੇਂ ਅਨਪੜ੍ਹ ਹੋਵੇ, ਉਹਨੂੰ ਪੈਸੇ ਦਾ ਹਿਸਾਬ ਕਿਤਾਬ ਬੜਾ ਸੋਹਣਾ ਆਉਂਦਾ ਹੈ, ਉਹ ਪੈਸਿਆਂ ਦੀ ਗਿਣਤੀ ਕਿਵੇਂ ਕਰ ਲੈਂਦਾ? ਛੋਟੇ ਜਿਹੇ ਬੱਚੇ ਨੂੰ, ਜਿਹਨੂੰ ਹਲੇ ਮਾਂ ਪੇ ਬਾਪ ਕਹਿਣਾ ਨਹੀਂ ਆਉਂਦਾ, ਉਹਨੂੰ ਫੜਾ ਕੇ ਦੇਖ ਲਓ, ਨੋਟ ਛੱਡਦਾ ਨਹੀਂ। ਪਰ ਉਹਨੂੰ ਗਿਣਤੀ ਨਹੀਂ ਪਤਾ ਹੁੰਦੀ, ਪਰ ਉਹਨਾਂ ਨੂੰ ਤੇ ਜਿਹੜੇ ਘੱਟ ਪੜ੍ਹੇ ਲਿਖੇ ਛੱਡਦਾ ਨਹੀਂ ਉਹ ਗਿਣਤੀ, ਚਾਹੇ ਉਹਨੂੰ ਨਹੀਂ ਪਤਾ, ਪਰ ਉਹਨੂੰ ਮਾਇਆ ਦਾ ਮੋਹ ਤੇ ਪਤਾ ਨਾ ਕਿ ਮਾਇਆ ਜਿਹੜੀ ਹੈ ਬਹੁਤ ਜ਼ਰੂਰੀ ਚੀਜ਼ ਆ। ਇਸ ਵੇਲੇ ਅਸੀਂ ਮਾਇਆ ਦੇ ਮੋਹ ਦੀ ਨਹੀਂ ਗੱਲ ਕਰਾਂਗੇ, ਪਰ ਸਰਕਾਰ ਦਾ ਮੋਹ ਕਿਹੜੇ ਪਾਸੇ ਉਹਦੀ ਗੱਲ ਜ਼ਰੂਰ ਕਰਾਂਗੇ ਜੀ। GDP ਕਹਿੰਦੇ ਵੱਧ ਰਹੀ ਹੈ, GST ਵੀ ਵੱਧ ਰਹੀ ਹੈ, ਤੇ ਮਹਿੰਗਾਈ ਦੀ ਗੱਲ ਬਾਅਦ ਚ ਕਰਾਂਗੇ, ਪਹਿਲਾਂ GDP ਦੀ ਗੱਲ ਕਰ ਲੈਂਦੇ ਜੀ। ਤੇ GDP ਇੰਨੀ ਵੱਧ ਰਹੀ ਹੈ, ਚੰਗੀ ਗੱਲ ਹੈ, ਪਰ ਚੰਗੇ ਦਾ ਫਾਇਦਾ ਵੀ ਤੇ ਚੰਗਾ ਹੋਣਾ ਚਾਹੀਦਾ। ਦੇਖੋ GDP ਨੂੰ ਅਸੀਂ ਇਦਾਂ ਨਹੀਂ ਕਹਿ ਸਕਦੇ ਕਿ ਉਹ ਵੱਧ ਰਹੀ ਆ। ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ, ਸਕਲ ਘਰੇਲੂ ਉਤਪਾਦ, ਪੂਰੇ ਭਾਰਤ ਦੇ ਵਿੱਚ ਪ੍ਰੋਡਕਸ਼ਨ ਜਿਹੜੀ ਆ, ਚਾਹੇ ਉਹ ਗੁੱਡਸ ਦੀ ਆ ਚਾਹੇ ਸਰਵਿਸਿਜ਼ ਦੀ, ਉਹ ਕਿਸ ਰਫਤਾਰ ਨਾਲ ਵਧੀ ਆ, ਉਹਦਾ ਜਿਹੜਾ ਗ੍ਰਾਫ ਆ ਉੱਚਾ ਹੋਇਆ ਕਿ ਨੀਵਾਂ ਹੋਇਆ ਜੀ। ਇਹਨੂੰ ਤੁਸੀਂ ਇਦਾਂ ਸਮਝੋ ਕਿ ਇਹ ਸਾਰਾ ਸਾਲ ਹੀ ਉਹਦੀ ਕੈਲਕੂਲੇਸ਼ਨ ਜਿਹੜੀ ਉਹ ਕਰਦਾ ਰਹਿੰਦਾ ਫਾਈਨਾਂਸ ਮਿਨਿਸਟਰੀ, ਤੇ ਨਾਲ ਦੀ ਨਾਲ ਕੁਝ ਪ੍ਰਾਈਵੇਟ ਸੰਸਥਾਵਾਂ ਵੀ ਇਹਦੇ ਤੇ ਆਪਣੇ ਜਿਹੜੇ ਆ ਧਿਆਨ ਰੱਖਦੀਆਂ। ਸ਼ੇਅਰ ਮਾਰਕੀਟ 'ਚ ਬੈਠੇ ਹੋਏ ਲੋਕ ਇਹਦੇ ਤੇ ਖਾਸਾ ਧਿਆਨ ਰੱਖਦੇ ਆ। GDP ਵੱਧਦੀ ਆ, ਫਾਈਨਾਂਸ ਮਿਨਿਸਟਰ ਨੇ ਕੀ ਅਨਾਉਂਸ ਕੀਤਾ, ਬਾਹਰਲੇ ਕਿਸੇ ਮੁਲਕ ਦੇ ਵਿੱਚ ਇਕਨੋਮਿਕਸ ਨਾਲ ਜੁੜੀ ਹੋਈ ਕੋਈ ਘਟਨਾ ਹੋਈ ਤੇ ਉਹਦਾ ਕੀ ਅਸਰ ਪਿਆ। ਅਫਗਾਨਿਸਤਾਨ ਦੇ ਵਿੱਚ ਇੱਕ ਵੱਖਰੀ ਸਮੱਸਿਆ ਚੱਲ ਰਹੀ ਆ ਤੇ ਉਹਦਾ ਭਾਰਤ ਦੀ ਜਿਹੜੀ ਡਰਾਈ ਫਰੂਟ ਮਾਰਕੀਟ ਆ ਉਹਦੇ ਤੇ ਕੀ ਅਸਰ ਪਿਆ। ਸਾਰੀ ਦੁਨੀਆ ਜਿਹੜੀ ਇੱਕ ਦੂਸਰੇ ਨਾਲ ਬਹੁਤ ਸੰਘਣੇ ਤਰੀਕੇ ਨਾਲ ਜਿਹੜੀ ਆ ਉਹ ਜੁੜੀ ਹੋਈ ਆ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਵੈਲਨੈਟ ਇਕਨੋਮੀ ਆ ਸਾਰੇ ਦੁਨੀਆ ਦੀ। GDP ਜਿਹੜੀ ਵਧੀ ਆ ਉਹ 21-22 ਜਿਹੜਾ ਹੁਣ ਚੱਲਦਾ ਪਿਆ ਸਾਲ ਆ, ਇਹਦੇ ਪਹਿਲੀ ਤਿਮਾਹੀ ਦੇ ਅੰਕੜੇ ਇਹਨਾਂ ਨੇ ਜਾਰੀ ਕੀਤੇ ਆ। ਅਪ੍ਰੈਲ, ਮਈ ਤੇ ਜੂਨ 3 ਮਹੀਨੇ ਦੇ ਵਿੱਚ ਜਿਹੜੀ ਭਾਰਤ ਦੀ GDP ਆ ਉਹ ਕਿਹਾ ਗਿਆ ਕਿ 20.1% ਵੱਧ ਗਈ ਆ। ਕੋਈ 32 ਲੱਖ ਕਰੋੜ ਦੀ ਦੱਸੀ ਗਈ ਆ ਸਾਡੀ 3 ਮਹੀਨੇ ਦੀ ਜਿਹੜੀ GDP ਆ ਟੋਟਲ। ਹੁਣ ਇਹਨੂੰ ਇਹ ਸਮਝੋ ਕਿ ਇਹ 20% ਕਿਸ ਸਮੇਂ ਤੋਂ ਵਧੀ। ਅਖਬਾਰਾਂ ਨੇ ਖਬਰਾਂ ਲਾਤੀਆਂ ਤੇ ਮੋਦੀ ਸਾਹਿਬ ਨੇ ਵੀ ਲਾਤਾ। ਲੋਕ ਜਿਹੜੇ BJP ਵਾਲੇ ਉਹ ਸੋਸ਼ਲ ਮੀਡੀਆ ਜਿਹੜੀ ਅਸੀਂ ਗੱਲ ਕਰਦੇ ਹਾਂ, ਉਹਨਾਂ ਨੇ ਟਵਿੱਟਰ, ਫੇਸਬੁੱਕ, YouTube, WhatsApp ਹਰ ਜਗ੍ਹਾ ਚਲਾਤਾ ਕਿ ਮੋਦੀ ਸਾਹਿਬ ਨੇ ਕਮਾਲ ਕਰਤੀ, ਕਰੋਨਾ ਠੀਕ ਹੋ ਗਿਆ ਤੇ GDP ਜਿਹੜੀ ਵੱਧ ਗਈ। ਪਰ ਉਹਦੇ ਲਈ ਅਸਲ ਜਿਹੜੀ ਗੱਲ ਆ ਉਹ ਹੋਰ ਤਰੀਕੇ ਨਾਲ ਸਮਝਣ ਵਾਲੀ ਆ। ਇੱਦਾਂ ਸਮਝੋ ਕਿ ਪਿਛਲੇ ਸਾਲ ਇਹਨਾਂ 3 ਮਹੀਨਿਆਂ 'ਚ ਜਾਣੀ ਕਿ 2020 ਦੇ ਅਪ੍ਰੈਲ, ਮਈ ਤੇ ਜੂਨ ਦੇ ਵਿੱਚ ਇਹ 26 ਲੱਖ ਕਰੋੜ ਸੀ ਤੇ ਹੁਣ 32 ਲੱਖ ਕਰੋੜ ਹੋ ਗਈ ਹੈ। ਸਿਰਫ ਪਿਛਲੇ ਸਾਲ ਦੇ ਇਹਨਾਂ 3 ਮਹੀਨਿਆਂ ਨਾਲੋਂ ਵਧੀ ਆ। ਇਹ ਜਿਹੜੇ ਬਹੁਤ ਰੌਲਾ ਪਾ ਰਹੇ ਆ ਕਿ GDP ਬਹੁਤ ਵੱਧ ਗਈ, GDP ਨੇ ਬਹੁਤ ਤਰੱਕੀ ਕਰ ਲਈ, ਜੇ ਉਹ ਤੋਂ ਪਿਛਲੇ ਸਾਲ ਚਲੇ ਜਾਣ ਜਦੋਂ ਕੋਵਿਡ ਨਹੀਂ ਸੀ, 2019 ਦੀ ਜਦੋਂ ਅਸੀਂ ਗੱਲ ਕਰੀਏ, ਜਿਹੜੇ ਉਹਦੇ ਅਪ੍ਰੈਲ, ਮਈ, ਜੂਨ ਆ ਉਹਦੇ 'ਚ 36 ਲੱਖ ਕਰੋੜ ਸੀ। ਸੋ ਇਹ ਹਾਲੇ ਵੀ ਆਪਣੇ ਮੂਲ ਨਾਲੋਂ, ਜੇ ਅਸੀਂ ਕੋਵਿਡ ਦੇ ਏਰਾ ਨੂੰ ਛੱਡ ਦਈਏ ਤੇ ਇਹ ਜਿਹੜੀ ਗਰੋਥ ਹੈ ਇਹ ਗਰੋਥ ਨਹੀਂ ਆ, ਹਾਲੇ ਵੀ ਇਹ ਡਿਕਲਾਈਨ ਹੈ 9% ਤੋਂ ਜ਼ਿਆਦਾ ਦਾ। ਪਰ ਫਿਰ ਵੀ ਕੁੱਲ ਮਿਲਾ ਕੇ ਇਹਦੇ 'ਚ 3 ਮਹੀਨੇ ਦੇ ਵਿੱਚ ਜਿਹੜੀ ਆ ਅੰਕੜੇ ਇਹਦੇ 'ਚ ਵਾਧਾ ਦਰਜ ਹੋਇਆ, ਇੱਕ ਚੰਗੀ ਗੱਲ ਆ। ਪਰ ਉਹ ਹਾਲੇ ਤੱਕ ਉਹਨੂੰ ਤੁਸੀਂ ਵਾਧੇ ਨੂੰ, ਜਿੱਦਾਂ ਮੈਂ ਦੱਸਿਆ ਕਿ ਉਹਨੂੰ ਵਾਧਾ ਨਹੀਂ ਕਹਿ ਸਕਦੇ। ਤੇ ਜੇ ਇਕਨੋਮਿਕਲੀ ਗੱਲ ਕਰੀਏ, ਇਹ ਜਿਹੜੀ ਗਰੋਥ ਇਹ ਵਧੀ ਆ, ਇਹ ਕਿੰਨੀ ਵਧੀ ਆ ਕਿੰਨੀ ਨਹੀਂ ਘਟੀ ਉਹ ਤਾਂ ਮੈਂ ਦੱਸਤੀ। ਪਰ ਕਰੋਨਾ ਕਾਲ ਦੇ ਦੌਰਾਨ ਵੀ ਜਿਹੜਿਆਂ ਲੋਕਾਂ ਨੂੰ ਬਹੁਤ ਵੱਡੇ ਫਾਇਦੇ ਹੋਏ ਨੇ ਉਹ ਸਿਰਫ ਔਰ ਸਿਰਫ ਵੱਡੇ ਕਾਰਪੋਰੇਟ ਸੀ ਨੇ। ਜੇਕਰ ਕਿਸਾਨ ਅੰਦੋਲਨ ਚੱਲ ਰਿਹਾ ਤੇ ਉਹ 2 ਨਾਵਾਂ ਦਾ ਜ਼ਿਕਰ ਬਾਰ-ਬਾਰ ਕਰ ਰਹੇ ਨੇ, ਅਡਾਨੀ ਤੇ ਅੰਬਾਨੀ ਦਾ, ਤੇ ਉਹ ਦਰੁਸਤ ਗੱਲ ਆ। ਤੁਸੀਂ ਹੈਰਾਨ ਹੋ ਜਾਓਗੇ ਕਿ ਪਿਛਲੇ ਸਾਲ ਦੇ ਵਿੱਚ ਅਡਾਨੀ ਦੀ ਜਿਹੜੀ ਗਰੋਥ ਰਿਹਾ, ਇਹ ਤਾਂ 20% 3 ਮਹੀਨੇ ਦੀ ਗਰੋਥ ਹੈ ਨਾ, ਉਹਨਾਂ ਦੀ ਜਿਹੜੀ ਟੋਟਲ ਗਰੋਥ ਆ ਉਹ 829 ਗੁਣਾ ਹੋਈ। 829% ਦੀ ਸਪੀਡ ਨਾਲ ਉਹਨਾਂ ਦੀ ਗਰੋਥ ਜਿਹੜੀ ਆ ਉਹ ਵਧੀ ਆ। 46 ਬਿਲੀਅਨ ਸੀ ਤੇ ਮੇਰੇ ਖਿਆਲ 65 ਬਿਲੀਅਨ ਡਾਲਰ ਉਹਨਾਂ ਦੀ ਜਿਹੜੀ ਟੋਟਲ ਇਨਕਮ ਹੋ ਗਈ ਆ, ਜਿਹੜੀ ਟੋਟਲ ਉਹਨਾਂ ਦੀਆਂ ਨੈਟ ਵੈਲਿਊ ਜਿਹਨੂੰ ਕਹਿੰਦੇ ਆ, ਤੇ ਉਹ ਦੁਨੀਆ ਦੇ ਵਿੱਚ ਸਭ ਤੋਂ ਸਪੀਡ ਨਾਲ ਵਧਣ ਵਾਲੇ ਬਣੇ ਨੇ। ਅੰਬਾਨੀ ਦਾ ਵੀ ਉਹਦੇ 'ਚ ਨਾਂ ਆ, ਹਾਲਾਂਕਿ ਉਹਨਾਂ ਦੀ ਜਿਹੜੀ ਗਰੋਥ ਆ ਉਹ 100% ਹੀ ਹੋਈ ਆ। ਟੈਸਲਾ ਦੀ ਗਰੋਥ, ਜਿਹੜਾ ਐਲਨ ਮਸਕ ਆ, ਜਿਹੜੇ ਦੁਨੀਆ ਦੇ ਬਹੁਤ ਵੱਡੀ ਕੰਪਨੀ ਆ ਟੈਸਲਾ, ਇਲੈਕਟ੍ਰੋਨਿਕਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬਹੁਤ ਸਾਰੇ ਪ੍ਰੋਜੈਕਟ ਉਹ ਕਰਦੇ ਨੇ ਤੇ ਬਹੁਤ ਸਾਰੇ ਇਲੈਕਟ੍ਰੋਨਿਕਸ ਨਾਲ ਜੁੜੀਆਂ ਹੋਈਆਂ ਜਿਹੜਾ ਸਮਾਨ ਉਹ ਬਣਾਉਂਦੇ ਨੇ। ਕਾਰਾਂ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਆ, ਸਪੇਸ ਨੂੰ ਭੇਜਣ ਵਾਲੀ ਜਿਹੜੀ ਏਜੰਸੀ ਆ ਉਹਦੇ 'ਚ ਉਹਨਾਂ ਦਾ ਵੱਡਾ ਨਾਮ ਆ, ਤੇ ਉਹਨਾਂ ਦੀ ਜਿਹੜੀ ਗਰੋਥ ਆ ਉਹ ਵੀ 500% ਦੇ ਕਰੀਬ ਰਹੀ ਆ, ਉਹ ਵੀ ਵੱਡੇ ਨੇ। ਅਜ਼ੀਮ ਪ੍ਰੇਮ ਜੀ
ਗਰੋਥ ਰੇਟ ਦੇ ਮਸਲੇ 'ਚ ਤੀਜੇ ਨੰਬਰ ਤੇ ਰਹੇ ਨੇ। ਉਹਨਾਂ ਦੀ ਵੀ ਹਾਲਾਂਕਿ ਉਹਨਾਂ ਦੀ ਜਿਹੜੀ ਨੈਟ ਵਰਥ ਆ ਉਹ 34 ਬਿਲੀਅਨ ਡਾਲਰ ਆ ਤੇ ਦੁਨੀਆ 'ਚੋਂ 34-35ਵੇਂ ਨੰਬਰ ਤੇ ਨੇ ਜੀ। ਪਰ ਗਰੋਥ ਜਿਹੜੀ ਆ ਉਹ ਵੱਡੇ ਕਾਰਪੋਰੇਟਸ ਦੀ ਜਿਹੜੀ ਆ ਉਹ ਬਹੁਤ ਵੱਡੀ ਹੋਈ ਆ। GDP ਨੇ ਹਾਲਾਂਕਿ ਗਰੋਥ ਲਈ ਆ ਪਰ ਉਹ ਕੋਵਿਡ ਦੇ ਸੀਜ਼ਨ ਦੇ ਦੌਰਾਨ ਹੀ ਉਹਨੂੰ ਕਿਹਾ ਜਾ ਸਕਦਾ, ਉਹਦੇ 'ਚ ਕੋਈ ਪ੍ਰਧਾਨ ਮੰਤਰੀ ਦਾ ਜਾਂ ਇਸ ਸਰਕਾਰ ਦਾ ਜਾਂ ਇਸ ਸੱਤਾਧਾਰੀ ਧਿਰ ਦਾ ਕੋਈ ਬਹੁਤ ਵੱਡਾ ਰੋਲ ਉਹਦੇ 'ਚ ਨਹੀਂ ਹੈਗਾ। ਤੇ ਸ਼ਰਮਾ ਜੀ ਹੁਣ GDP ਦੀ ਤਾਂ ਗੱਲ ਕਰ ਲਈ, ਹੁਣ GST ਦੀ ਗੱਲ ਕਰਦੇ ਹਾਂ। ਪੈਟਰੋਲੀਅਮ ਨੂੰ GST ਦੇ ਘੇਰੇ ਵਿੱਚ ਲਿਆਉਣ ਤੋਂ ਡਰਦੀ ਹੈ ਸਰਕਾਰ, ਪਰ ਰੇਟ ਵਧਾ ਰਹੀ ਹੈ। GST ਦੀ ਕਲੈਕਸ਼ਨ ਦੀ ਗੱਲ ਕਰੀਏ ਤੇ ਉਹ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ ਜੀ। ਤੇ ਵੱਧ ਗਈ ਹੈ ਤੇ ਉਹਦਾ ਆਮ ਲੋਕਾਂ ਨੂੰ ਵੀ ਕੋਈ ਫਾਇਦਾ ਹੋਣ ਵਾਲਾ ਕਿ ਬਸ ਸਰਕਾਰ ਦੀਆਂ ਜੇਬਾਂ ਭਰਨਗੀਆਂ? ਗੁੱਡਸ ਐਂਡ ਸਰਵਿਸ ਟੈਕਸ ਪਿਛਲੇ ਕੁਝ ਸਮੇਂ ਤੋਂ ਹੀ ਇਹਨਾਂ ਨੇ ਐਲਾਨ ਕੀਤਾ ਇੱਕ ਨਵੇਂ ਟੈਕਸਿੰਗ ਸਿਸਟਮ ਦਾ ਭਾਰਤ ਦੇ ਵਿੱਚ। ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਪ੍ਰਧਾਨ ਮੰਤਰੀ, ਇੱਕ ਦੇਸ਼ ਤੇ ਇੱਕ ਪਾਰਟੀ, ਹੋਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਇੱਕ ਇੱਕ ਕੀਤੀਆਂ। ਤੇ GST ਦੇ ਵਿੱਚ ਤੁਸੀਂ ਸਭ ਤੋਂ ਇੰਪੋਰਟੈਂਟ ਜਿਹੜੀ ਨੁਕਤਾ ਸੀ ਉਹ ਤੁਸੀਂ ਸਾਂਝਾ ਕਰ ਦਿੱਤਾ ਕਿ ਪੈਟਰੋਲ ਨੂੰ ਇਹਨਾਂ ਨੇ ਜਾਂ ਪੈਟਰੋਲੀਅਮ ਪਦਾਰਥਾਂ ਨੂੰ ਇਹਨਾਂ ਨੇ GST ਤੋਂ ਬਾਹਰ ਰੱਖਿਆ। ਉਹਦਾ ਬੜੀ ਚਰਚਾ ਹੋਈ। GST ਕਾਉਂਸਲ ਨੇ ਜਦੋਂ GST ਲਾਗੂ ਕੀਤਾ ਉਹਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਦੇਖੀਆਂ। ਵਾਰ-ਵਾਰ ਉਹਨਾਂ ਦੀਆਂ ਸੈਂਕੜੇ ਮੀਟਿੰਗ ਹੋ ਚੁੱਕੀਆਂ। ਹਾਲੇ ਵੀ GST ਕਾਨੂੰਨ ਦੇ ਵਿੱਚ ਜਿਹੜੀ ਸੋਧ ਆ ਉਹ ਸਮੇਂ-ਸਮੇਂ ਤੇ ਹੁੰਦੀ ਰਹਿੰਦੀ ਆ। ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਕਮੀਆਂ ਜਿਹੜੀਆਂ ਉਹ ਨਜ਼ਰ ਆਉਂਦੀਆਂ। ਇਹਦੇ ਨਾਲ ਹੋਰ ਵੀ ਕੁਝ ਪਦਾਰਥ ਨੇ ਜਿਹੜੇ GST ਦੇ ਉਹਦੇ ਚੋਂ ਬਾਹਰ ਰੱਖੇ ਹੋਏ ਨੇ, ਜਿੱਥੇ ਸਰਕਾਰ ਲੱਗਦਾ ਆ ਕਿ ਜਿਹੜਾ ਟੈਕਸ ਆ ਉਹ ਬਹੁਤ ਜ਼ਿਆਦਾ ਮਾਤਰਾ 'ਚ ਵਸੂਲ ਕਰਦੀ ਹੈ। ਉਹਨਾਂ ਚੀਜ਼ਾਂ ਨੂੰ GST ਦੇ ਵਿੱਚ ਲਾਗੂ ਇਹਨਾਂ ਨੇ ਨਹੀਂ ਕੀਤਾ। ਦੁਨੀਆ ਦੇ ਵੱਖਰੇ ਦੇਸ਼ਾਂ 'ਚ ਜਦੋਂ ਅਸੀਂ ਇਕਨੋਮਿਕ ਸਟੱਡੀ ਕਰਦੇ ਹਾਂ ਤੇ GST ਜਿਹੜਾ ਆ ਉਹ ਬਹੁਤ ਦੇਸ਼ਾਂ 'ਚ ਆਲਰੇਡੀ ਚੱਲ ਰਿਹਾ। ਕਿਤੇ 1 ਸਲੈਬ ਆ, ਕਿਤੇ 2 ਸਲੈਬ ਆ, ਕਿਤੇ 3 ਸਲੈਬ ਨੇ, ਪਰ ਸਾਡੇ ਜਿਹੜਾ ਸਭ ਤੋਂ ਗੁੰਝਲਦਾਰ ਤੁਸੀਂ ਇਹਨੂੰ ਕਹਿ ਸਕਦੇ ਆ ਕਿ ਹਾਲੇ ਵੀ ਕਈ ਚੀਜ਼ਾਂ ਜਿਹੜੀਆਂ GST ਦੇ ਦਾਇਰੇ 'ਚੋਂ ਬਾਹਰ ਨੇ। ਪੈਟਰੋਲੀਅਮ ਪਦਾਰਥਾਂ ਨੂੰ ਨਹੀਂ ਰੱਖਿਆ ਹੋਇਆ, ਉਹਦੇ ਲਈ ਤੁਸੀਂ ਪਹਿਲਾਂ ਦੱਸਿਆ ਕਿ ਭਾਰਤ ਦੀ ਸਰਕਾਰ ਜਿਹੜੀ ਆ ਪੈਟਰੋਲੀਅਮ ਪਦਾਰਥਾਂ ਤੋਂ ਬਹੁਤ ਵੱਡੀ ਜਿਹੜੀ ਕਮਾਈ ਆ ਉਹ ਕਰ ਰਹੀ ਆ। ਲੋਕਾਂ ਨੂੰ ਉਹਦਾ ਕੋਈ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਗੱਲ ਵੱਖਰੀ ਆ, ਪਰ ਸਰਕਾਰ ਦੀ ਜਿਹੜੀ ਕਲੈਕਸ਼ਨ ਆ ਉਹਦੇ ਵਿੱਚ ਵੱਡਾ ਵਾਧਾ ਜਿਹੜਾ ਹੋ ਰਿਹਾ। ਜਿਹੜਾ ਬੀਤਿਆ ਮਹੀਨਾ ਉਹਦੇ ਵਿੱਚ ਭਾਰਤ ਸਰਕਾਰ ਦਾ ਜਿਹੜਾ GST ਕਲੈਕਸ਼ਨ ਆ ਉਹ ਦੂਸਰੀ ਵਾਰ ਲਗਾਤਾਰ 1 ਲੱਖ ਕਰੋੜ ਤੋਂ ਉੱਪਰ ਹੋਇਆ। ਜੁਲਾਈ 'ਚ ਵੀ 1 ਲੱਖ ਕਰੋੜ ਤੋਂ ਉੱਪਰ ਸੀ ਤੇ ਇਸ ਵਾਰ ਉਹ 1,12,000 ਕਰੋੜ ਦੇ ਨੇੜੇ ਤੇੜੇ ਜਿਹੜਾ ਉਹ ਹੋਇਆ। ਇਹਦਾ ਵੀ ਜੇ ਪਿਛਲੇ ਸਾਲ ਦੇ ਅਗਸਤ ਨਾਲ ਕੈਲਕੂਲੇਸ਼ਨ ਕੀਤਾ ਜਾਵੇ ਤੇ ਪਿਛਲੀ ਵਾਰ ਨਾਲੋਂ ਇਹ ਵਧਿਆ। ਤੇ GST ਕਲੈਕਸ਼ਨ ਦਾ ਇਟ ਮੀਨਸ ਇਹ ਆ ਕਿ ਲੋਕਾਂ ਦਾ ਜਿਹੜਾ ਕਾਰੋਬਾਰ ਆ ਉਹ ਨਾਰਮਲਾਈਜੇਸ਼ਨ ਵੱਲ ਵੱਧ ਰਿਹਾ ਤੇ ਲੋਕਾਂ ਦੀ ਜਿਹੜੀ ਟੈਕਸ ਦੇਣ ਦੀ ਸਮਰੱਥਾ ਆ ਉਹ ਵੱਧ ਰਹੀ ਆ। ਹਾਲਾਂਕਿ ਇਹ ਟੈਕਸ ਦੇਣ ਦੀ ਸਮਰੱਥਾ ਜਿਹੜੀ ਆ ਉਹ ਵੱਖਰੇ ਤਰੀਕੇ ਦੀ ਆ, ਇਹ ਇਨਕਮ ਟੈਕਸ ਨਹੀਂ ਆ, ਇਹ GST ਆ। ਫਿਰ ਵੀ ਸਰਕਾਰ ਇਸ ਪਾਸੇ ਤੋਂ ਇਸ ਤਰੀਕੇ ਨਾਲ ਖੁਸ਼ ਆ ਕਿ ਜ਼ਿੰਦਗੀ ਜਿਹੜੀ ਆ ਕਰੋਨਾ ਦੀ ਮਾਰ ਤੋਂ ਹੁਣ ਹੌਲੀ-ਹੌਲੀ ਬਾਹਰ ਆ ਰਹੀ ਆ। ਜਿਹੜੀ ਤੁਸੀਂ ਗੱਲ ਕੀਤੀ ਮਹਿੰਗਾਈ ਦੀ ਜਾਂ ਉਹ ਪੈਟਰੋਲੀਅਮ ਪਦਾਰਥਾਂ ਦੀ, ਉਹ ਪਹਿਲਾਂ ਤੁਸੀਂ ਦੱਸਤਾ ਕਿ ਉਹਦੇ ਤੋਂ ਉਹ ਬਾਹਰ ਆ, ਉਹਦੀ GST ਕਲੈਕਸ਼ਨ ਜਿਹੜੀ ਬਹੁਤ ਵੱਡੀ ਹੈ। ਤੇ ਸ਼ਰਮਾ ਜੀ GDP ਵਧੀ, ਇਹ ਵੀ ਦੇਸ਼ ਦੀ ਫਾਇਦੇ ਦੀ ਗੱਲ। GST ਕਲੈਕਸ਼ਨ ਵਧੀ, ਇਹ ਵੀ ਦੇਸ਼ ਦੇ ਫਾਇਦੇ ਦੀ ਗੱਲ। ਤੇ ਪਰ ਦੇਸ਼ ਦੇ ਨਾਗਰਿਕਾਂ ਦਾ ਫਾਇਦਾ ਤਾਂ ਨਹੀਂ ਹੋ ਰਿਹਾ। ਹਰ ਪਾਸੇ ਮਹਿੰਗਾਈ ਦਾ ਰੌਲਾ ਪੈ ਰਿਹਾ। ਦੇਖੋ ਜੇ 2 ਚੀਜ਼ਾਂ ਵੱਧ ਗਈਆਂ, ਤੀਜੀ ਮਹਿੰਗਾਈ ਵੀ ਵੱਧ ਲਓ ਤੇ ਇਹਨੂੰ ਵੀ ਫਾਇਦੇ 'ਚ ਰੱਖ ਲਓ। ਨਹੀਂ ਅੱਜ ਇਦਾਂ ਫਾਇਦਾ ਹੋਣ ਲੱਗ ਪਏ ਤੇ ਮੈਨੂੰ ਲੱਗਦਾ ਹੈ ਕਿ ਦੁਨੀਆ ਰੌਲਾ ਹੀ ਨਾ ਪਾਵੇ ਕਿ ਚੀਜ਼ ਮਹਿੰਗੀ ਲੱਗਦੀ ਹੈ। ਇਹ ਮਹਿੰਗਾ ਸੱਚਮੁੱਚ ਹੈ। ਜੇ ਰਸੋਈ ਮਹਿੰਗੀ ਹੋ ਗਈ ਤੇ ਮੈਨੂੰ ਲੱਗਦਾ ਕਿ ਘਰ ਦਾ ਬਜਟ ਆਟੋਮੈਟਿਕ ਮਹਿੰਗਾ ਹੋ ਜਾਂਦਾ ਹੈ ਤੇ ਸਾਰਾ ਬੋਝ ਤਾਂ ਫਿਰ ਤੁਹਾਡੇ ਵਰਗਿਆਂ ਤੇ ਪੈਣਾ, ਬਈ ਕਮਾਈ ਜ਼ਿਆਦਾ ਕਰਕੇ ਲਿਆਓ। ਦੇਖੋ ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਇਹ ਕੁਝ ਚੀਜ਼ਾਂ ਜਿਹੜੀਆਂ ਕੁਝ ਡਿਪਾਰਟਮੈਂਟ ਜਿਹੜੇ ਇਸ ਸਰਕਾਰ ਦੇ ਨੇ ਉਹ ਬਹੁਤ ਬੁਰੇ ਤਰੀਕੇ ਨਾਲ ਫੇਲ ਹੋਏ ਨੇ ਪਿਛਲੇ ਸਮੇਂ ਦੇ ਦੌਰਾਨ। ਖਾਸ ਤੌਰ ਤੇ ਉਹਦੇ 'ਚ ਇਕਨੋਮਿਕ ਫਰੰਟ ਜਿਹੜਾ ਆ, ਜਿਹੜੀ ਅਰਥ ਸ਼ਾਸਤਰੀ ਆ, ਅਰਥਚਾਰਾ ਜਿਹੜਾ ਆ, ਇਕੋਨਮੀ ਜਿਹੜੀ ਆ ਉਹ ਇਹਨਾਂ ਦੇ ਕੰਟਰੋਲ 'ਚ ਬਿਲਕੁਲ ਹੀ ਆਈ ਨਹੀਂ, ਜਾਂ ਇਹ ਕਰਨਾ ਨਹੀਂ ਚਾਹੁੰਦੇ, ਜਾਂ ਫਿਰ ਇਹਨਾਂ ਦਾ ਜਿਹੜਾ ਨੀਤੀ ਆ ਜਾਂ ਇਹਨਾਂ ਦੀ ਜਿਹੜੀ ਸੋਚ ਆ ਉਹ ਉਸੇ ਤਰੀਕੇ ਦੀ ਆ ਕਿ ਵੋਟਾਂ ਲੈ ਲਈਆਂ, ਸਾਰਾ ਕੁਛ ਹੀ ਰੋਜ਼ ਦੀ ਰੋਜ਼ ਕਦੀ ਇੱਕ ਚੀਜ਼ ਕਦੀ ਦੂਜੀ ਚੀਜ਼ ਕਾਰਪੋਰੇਟ ਅਦਾਰਿਆਂ ਨੂੰ ਸੌਂਪੀ ਜਾਓ ਤੇ ਮਸਲਾ ਜਿਹੜਾ ਆ ਸਰਕਾਰ ਦਾ ਕੰਮ ਸਿਰਫ ਸਰਕਾਰ ਚਲਾਉਣਾ ਹੀ ਰਹਿ ਜਾਵੇ ਤੇ ਗਵਰਨਿੰਗ ਜਿਹੜੀ ਆ ਜਾਂ ਗਵਰਨੈਂਸ ਜਿਹੜੀ ਆ ਉਹ ਫਿਰ ਕਾਰਪੋਰੇਟ ਅਦਾਰੇ ਹੀ ਕਰਨ। ਤੁਸੀਂ ਮਹਿੰਗਾਈ ਦੀ ਗੱਲ ਕੀਤੀ, ਮੈਂ ਬਹੁਤ ਸਾਰੇ ਅੰਕੜੇ ਇਹਦੇ ਤੇ ਆਪਾਂ ਗੱਲ ਕਰ ਸਕਦੇ ਹਾਂ, ਕਾਫੀ ਲੰਬੀ ਚੌੜੀ ਗੱਲਬਾਤ ਹੋ ਜਾਊਗੀ, ਪਰ ਸਿਰਫ ਔਰ ਸਿਰਫ ਜੇ ਮੈਂ ਰਸੋਈ ਗੈਸ ਦੀ ਗੱਲ ਕਰਾਂ ਤੇ ਮਹੀਨੇ 'ਚ 2 ਵਾਰੀ ਵਧਾ ਦਿੰਦੇ ਨੇ। ਇਸੇ ਸਾਲ 'ਚ ਅਸੀਂ 9ਵੇਂ ਮਹੀਨੇ 'ਚ ਪ੍ਰਵੇਸ਼ ਕੀਤਾ, ਹਾਲੇ ਦੂਜੀ ਤੀਜੀ ਤਰੀਕ ਆ ਤੇ ਹੁਣ ਪਹਿਲੀ ਤਰੀਕ ਨੂੰ ਇਹਨਾਂ ਨੇ 25 ਰੁਪਏ ਰੇਟ ਜਿਹੜਾ ਆ ਗੈਸ ਦਾ ਵਧਾ ਦਿੱਤਾ। ਇੱਦਾਂ ਹੀ ਜੁਲਾਈ 'ਚ 25 ਰੁਪਏ ਵਧਾਇਆ ਸੀ, ਅਗਸਤ 'ਚ ਨਹੀਂ ਵਧਾਇਆ ਸੀ ਕਿਉਂਕਿ ਮੌਨਸੂਨ ਸੈਸ਼ਨ ਆਉਣਾ ਸੀ, ਉਦੋਂ ਇਹਨਾਂ ਨੇ ਕਮਰਸ਼ੀਅਲ ਦਾ ਵਧਾ ਦਿੱਤਾ ਸੀ। ਹੁਣ ਤੱਕ ਤੁਸੀਂ ਹੈਰਾਨ ਹੋਵੋਗੇ 190 ਰੁਪਏ ਸਿਰਫ ਔਰ ਸਿਰਫ ਰਸੋਈ ਗੈਸ ਦੀ ਕੀਮਤ ਵੱਧ ਚੁੱਕੀ ਆ ਇਸ ਸਾਲ ਦੇ ਵਿੱਚ। ਜਨਵਰੀ ਤੋਂ ਲੈ ਕੇ ਹੁਣ ਤੱਕ 1000 ਰੁਪਏ ਨੂੰ ਸਿਲੰਡਰ ਜਿਹੜਾ ਨੇੜੇ ਤੇੜੇ ਹੋ ਗਿਆ, ਕੁਝ
ਭਾਅ ਨਹੀਂ ਬਚਦੀ ਹੋਣੀ ਜੇ 1000 ਰੁਪਈਆ ਤੁਸੀਂ ਲੈ ਕੇ ਇੱਕ ਗੈਸ ਦਾ ਸਿਲੰਡਰ ਲੈਣ ਜਾਓ। ਤੇ ਸਬਸਿਡਾਈਜ਼ਡ ਸੈਕਟਰ ਹੁੰਦਾ ਸੀ, ਕਦੇ ਉਹ ਸਿੱਧੀ ਸਬਸਿਡੀ ਮਿਲਦੀ ਸੀ, ਸਰਕਾਰ ਕੰਪਨੀਆਂ ਨੂੰ ਦਿੰਦੀ ਸੀ, ਫਿਰ ਤੁਹਾਡੇ ਖਾਤੇ ਜੋੜ ਲਏ ਗਏ ਕਿ ਉਹਨਾਂ ਖਾਤਿਆਂ 'ਚ ਆਉਂਦੀ ਸੀ, ਉਹ ਵੀ ਕਿਸੇ ਦੇ 1 ਵਾਰੀ ਆ ਜਾਂਦੀ ਸੀ, ਕਿਸੇ ਦੇ 2 ਵਾਰ ਆ ਜਾਂਦੀ, ਕਿਸੇ ਦੇ 3 ਵਾਰ ਆ ਜਾਂਦੀ ਸੀ, ਕਿਸੇ ਦੇ ਆਉਂਦੀ ਨਹੀਂ ਸੀ। ਹੁਣ ਕਹਿੰਦੇ ਆ ਕਿ 12 ਸਿਲੰਡਰ ਤੁਹਾਨੂੰ ਸਬਸਿਡਾਈਜ਼ਡ ਮਿਲਦੇ ਆ, ਪਰ ਜੋ ਪ੍ਰਾਈਸ ਜਿਸ ਸਪੀਡ ਨਾਲ ਵਧਦੀਆਂ ਪਈਆਂ ਉਹ ਸਬਸਿਡੀ ਲਗਭਗ ਜਿਹੜੀ ਆ ਉਹ ਖਤਮ ਹੋ ਗਈ ਆ। ਤੇ ਇਸੇ ਤਰੀਕੇ ਦੇ ਨਾਲ ਜਿਹੜੇ ਪੈਟਰੋਲ ਤੇ ਡੀਜ਼ਲ ਦੇ ਭਾਅ ਨੇ ਉਹਨਾਂ ਦੀ ਗੱਲ ਕਰ ਲਈਏ, ਚਾਹੇ ਤੁਸੀਂ ਜਿਹੜਾ ਕਮਰਸ਼ੀਅਲ ਸਿਲੰਡਰ ਆ, ਚਾਹੇ ਉਹਨੂੰ ਕੋਈ ਢਾਬੇ ਵਾਲਾ ਵਰਤਦਾ, ਚਾਹੇ ਉਹਨੂੰ ਕੋਈ ਰੇਹੜੀ ਵਾਲਾ ਵਰਤਦਾ, ਚਾਹੇ ਉਹਨੂੰ ਕੋਈ ਰੈਸਟੋਰੈਂਟ ਵਾਲਾ ਵਰਤਦਾ, ਉਹਦੀ ਜਿਹੜੀ ਕੀਮਤ ਆ ਉਹਨੂੰ ਜਦੋਂ ਤੁਸੀਂ ਦੇਖਦੇ ਆ ਤਦ ਵੀ ਇਹ ਬੜੀ ਅਜੀਬੋ-ਗਰੀਬ ਸਥਿਤੀ ਆ ਕਿ ਇਹ ਸਿਲੰਡਰ ਜਿਹੜਾ ਘਰੇਲੂ ਆ ਇਹ 14 ਕਿਲੋ ਦਾ ਆ, ਇਹ 1000 ਰੁਪਏ ਦਾ ਹੈ, ਤੇ ਦੂਸਰਾ ਸਿਲੰਡਰ ਜਿਹੜਾ 16 ਜਾਂ 17 ਕਿਲੋ ਦਾ ਆ ਉਹਦੀ ਕੀਮਤ ਜਿਹੜੀ ਆ ਉਹ 1700 ਦੇ ਨੇੜੇ ਤੇੜੇ ਪਹੁੰਚ ਗਈ ਹੈ। ਸੋ ਮਹਿੰਗਾਈ ਵੱਲੇ ਸਰਕਾਰ ਦਾ ਕੋਈ ਧਿਆਨ ਨਹੀਂ ਆ, ਪਰ ਇੱਕ ਹੋਰ ਬੜੀ ਅਨੋਖੀ ਤੇ ਬੜੀ ਵਿਚਿੱਤਰ ਗੱਲ ਆ ਕਿ ਇੱਥੇ ਲੋਕਾਂ ਦਾ ਵੀ ਧਿਆਨ ਮਹਿੰਗਾਈ ਵੱਲ ਹੈ ਨਹੀਂ। ਲੋਕਾਂ ਦੀ ਜਿਹੜੀ ਸਹਿਣ ਸ਼ਕਤੀ ਆ ਉਹ ਇੰਨੀ ਵੱਧ ਗਈ ਆ, ਵਿਰੋਧੀ ਧਿਰ ਇੰਨੀ ਚੁੱਪ ਹੋ ਕੇ ਬੈਠੀ ਆ ਕਿ ਪੂਰੇ ਦੇਸ਼ ਲੈਵਲ ਤੇ ਕਿਤੇ ਕੋਈ ਗੱਲ ਨਹੀਂ ਕਰ ਰਿਹਾ, ਚਾਹੇ 25 ਰੁਪਏ ਵੱਧ ਜਾਏ ਤੇ ਚਾਹੇ 50 ਰੁਪਏ ਵੱਧ ਜਾਏ, ਧੌਲੇ ਬੌਲਦ ਵਾਂਗੂ ਸਿਰ ਸੁੱਟਿਆ, ਸਰਕਾਰ ਉੱਤੇ ਭਾਰ ਪਾਈ ਜਾਂਦੇ, ਅਸੀਂ ਤੁਰੀ ਜਾ ਰਹੇ ਹਾਂ, ਸਾਨੂੰ ਸਮਝ ਹੀ ਨਹੀਂ ਆ ਰਹੀ ਵੀ ਅਸੀਂ ਕਰਨਾ ਕੀ ਆ। ਜਿੰਨਾ ਕਿਸਾਨਾਂ ਨੇ ਵਿਰੋਧ ਦਿਖਾਇਆ, ਇੱਦਾਂ ਜੇ ਮਹਿੰਗਾਈ ਦੇ ਖਿਲਾਫ ਪੂਰੇ ਮੁਲਕ ਦੇ ਵਿੱਚ ਇੱਕ ਵਿਰੋਧ ਨਜ਼ਰ ਆਵੇ ਫਿਰ ਸਮਝ ਲੱਗੇਗੀ ਕਿ ਸਰਕਾਰ ਗਲਤ ਕਰ ਰਹੀ ਹੈ। ਜਿੱਦਾਂ ਅਸੀਂ ਸਹਿਣਸ਼ੀਲ ਹੋ ਕੇ ਰੋਜ਼ ਉਹਨਾਂ ਦੀ ਸਾਰੀ ਗੱਲ ਨੂੰ ਮੰਨੀ ਜਾ ਰਹੇ ਹਾਂ, ਅਖਬਾਰਾਂ ਸਿਰਫ ਇੱਕ ਸੁਰਖੀ ਦਿੰਦੀਆਂ ਆ ਕਿ ਸਿਲੰਡਰ ਵੱਧ ਗਿਆ ਤੇ ਅਗਲੇ ਦਿਨ ਕਿਤੇ ਕੋਈ ਪ੍ਰਤੀਕਿਰਿਆ ਨਹੀਂ ਆਉਂਦੀ, ਫਿਰ ਇਸ ਤੋਂ ਲੱਗਦਾ ਹੈ ਕਿ ਸਰਕਾਰ ਠੀਕ ਹੀ ਕਰ ਰਹੀ ਹੈ। ਤੇ ਇਸ ਵੇਲੇ ਅਸੀਂ ਬਿਲਕੁਲ ਠੀਕ ਹੀ ਗੱਲਾਂ ਕਰ ਰਹੇ ਹਾਂ, ਪਰ ਅਗਲੀਆਂ ਠੀਕ ਗੱਲਾਂ ਤੇ ਤੁਹਾਡੇ ਵਿਚਾਰ ਲਵਾਂਗੇ ਪਰ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਪੰਜਾਬੀ ਨੈਸ਼ਨਲ ਟੀਵੀ ਨਾਲ ਇਸੇ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਇਸ ਅੰਤਰਾਲ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੰਮ੍ਰਿਤ ਜੀ, ਹੁਣ ਗੱਲ ਗੁਆਂਢੀ ਮੁਲਕ ਦੀ, ਸਾਡਾ ਗੁਆਂਢ ਤਾਂ ਨਹੀਂ ਹੈਗਾ ਪਰ ਗੁਆਂਢੀਆਂ ਦਾ ਗੁਆਂਢ ਜ਼ਰੂਰ ਹੈਗਾ। ਅਫਗਾਨਿਸਤਾਨ ਦੇ ਵਿੱਚ ਅੱਜ ਨਵੀਂ ਹਲਚਲ ਹੈ, ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ। ਇਹ ਗਠਨ ਸੱਚਮੁੱਚ ਹੋ ਜਾਏਗਾ, ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਸੱਚਮੁੱਚ ਸੌਖੀ ਹੋ ਜਾਏਗੀ, ਇਹ ਸਾਰਾ ਕੁਝ ਤੁਸੀਂ ਦੱਸਣਾ। ਦੇਖੋ, ਪਹਿਲਾਂ ਤੇ ਉਹ ਗਵਾਂਢੀ ਮੁਲਕ ਨਹੀਂ ਹੈਗਾ, ਠੀਕ ਹੈ, ਥੋੜਾ ਜਿਹਾ ਦੂਰ ਆ, ਪਰ ਕਦੇ ਉਹ ਸਾਡਾ ਹੀ ਮੁਲਕ ਦਾ ਹਿੱਸਾ ਸੀ ਇੱਕ ਸਮੇਂ ਤੱਕ। ਤੇ ਜੇ ਅਸੀਂ 50 ਸਾਲ 70 ਸਾਲ ਪਿੱਛੇ ਚਲੇ ਜਾਈਏ ਤਾਂ ਜਦੋਂ ਅਸੀਂ ਪਾਕਿਸਤਾਨ ਨਾਲ ਵੰਡ ਹੋਈ ਹੈ ਤਾਂ ਬਿਲਕੁਲ ਗਵਾਂਢ ਸੀ। ਹੁਣ ਵੀ ਜ਼ਿਆਦਾ ਦੂਰ ਨਹੀਂ ਹੈਗਾ, ਪਰ ਉਹਦੇ ਨਾਲ ਦੀ ਨਾਲ ਇਹ ਆ ਵੀ ਸਾਡੇ ਤੇ ਉਹਨਾਂ ਦਾ ਜਿਹੜਾ ਪ੍ਰਭਾਵ ਆ ਜਾਂ ਉਹਨਾਂ ਉੱਪਰ ਜਿਹੜਾ ਸਾਡਾ ਪ੍ਰਭਾਵ ਆ ਉਹ ਬਹੁਤ ਡੂੰਘਾ ਆ, ਇਸ ਕਰਕੇ ਉਹਨਾਂ ਦੀ ਗੱਲ ਕਰਨੀ ਆ ਉਹ ਜ਼ਰੂਰੀ ਆ। ਜਿਹੜੀ ਤੁਸੀਂ ਗੱਲ ਕੀਤੀ ਕਿ ਸਰਕਾਰ ਉੱਥੇ ਸੱਚਮੁੱਚ ਬਣ ਜਾਵੇਗੀ, ਸਰਕਾਰ ਤੇ ਉੱਥੇ ਜਿਹੜੀ ਆ ਉਹਨਾਂ ਦੀ ਗਠਨ ਹੋ ਜਾਣਾ, ਅੱਜ ਕਰ ਲੈਣ, ਕੱਲ੍ਹ ਕਰ ਲੈਣ, 1-2 ਦਿਨਾਂ 'ਚੋਂ ਕਰ ਲੈਣਗੇ। ਅਗਲੀ ਗੱਲ ਇਹ ਆ ਕਿ ਸਰਕਾਰ ਕਿਸੇ ਵੀ ਦੇਸ਼ ਨੂੰ ਉਦੋਂ ਉਹਦੀ ਮਾਨਤਾ ਮਿਲਦੀ ਹੈ ਜਦੋਂ ਉਹਨਾਂ ਦੀ UN ਦੇ ਵਿੱਚ ਇੱਕ ਸੀਟ ਹੁੰਦੀ ਹੈ ਉਸ ਮੁਲਕ ਦੀ, UN ਦਾ ਜਦੋਂ ਮੈਂਬਰ ਬਣਦਾ। ਪਰ ਗੱਲ ਇਹ ਵੀ ਆ ਕਿ ਜੇ ਕੋਈ ਉਹਦੀ ਮੈਂਬਰਸ਼ਿਪ ਨਹੀਂ ਵੀ ਲੈਂਦਾ, ਉਹਨਾਂ ਦੇ ਕੋਲ ਇੱਕ ਜ਼ਮੀਨ ਦਾ ਟੁਕੜਾ ਹੈ ਤੇ ਉਹ ਲੋਕ ਨੇ, ਉਹਨਾਂ ਨੇ ਆਪਣੇ ਕੁਝ ਲੋਕ ਚੁਣ ਲਏ ਨੇ ਜਾਂ ਉੱਪਰਲੀਆਂ ਕੁਰਸੀਆਂ ਤੇ ਉਹ ਬੰਦੇ ਬੈਠ ਗਏ ਨੇ, ਉਹਨਾਂ ਨੇ ਹੁਣ ਮੁਲਕ ਦਾ ਜਿਹੜਾ ਦਾਰੋ ਮਦਾਰ ਆ ਉਹ ਸੰਭਾਲ ਲਿਆ ਤੇ ਉਹਨੂੰ ਚਲਾਉਣਾ ਸ਼ੁਰੂ ਕਰ ਦੇਣਗੇ। ਇਹ ਗੱਲ ਬਿਲਕੁਲ ਠੀਕ ਆ। ਉਹਨਾਂ ਦੇ ਨਾਮ ਬੜੇ ਲੰਬੇ ਲੰਬੇ ਆ ਨੇ ਜੀ, ਮੁੱਲਾ ਹੈਬਤੁੱਲਾ ਅਖੁੰਦਜ਼ਾਦਾ ਤੇ ਨਾਲ ਦੀ ਨਾਲ ਅਬਦੁਲ ਗਨੀ ਬਿਰਾਦਰ ਸੌਖਾ ਜਿਹਾ ਨਾਮ ਲੱਗਦਾ, ਬ੍ਰਦਰ ਵਰਗਾ ਲੱਗਦਾ। ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਹੜੇ ਹੈਬਤੁੱਲਾ ਨੇ ਉਹਨਾਂ ਨੂੰ ਸਰਵਉੱਚ ਸੀਟ ਤੇ ਬਿਠਾਇਆ ਜਾਵੇਗਾ ਤਾਂ ਜਿਹੜਾ ਸਰਕਾਰ ਦਾ ਕੰਮਕਾਰ ਆ ਉਹ ਬਿਰਾਦਰ ਦੇਖਣਗੇ। ਜਿਹੜੀ ਤੁਸੀਂ ਅਗਲੀ ਗੱਲ ਕੀਤੀ ਕਿ ਕੀ ਉੱਥੇ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਏਗੀ ਕਿ ਨਹੀਂ, ਇਹ ਇੱਕ ਲੰਬਾ ਸਵਾਲ ਆ, ਪੇਚੀਦਾ ਆ। ਜ਼ਿੰਦਗੀ ਤੇ ਜਿੱਥੇ ਤੁਸੀਂ ਬੈਠੇ ਆ 70-71 ਸਾਲ ਹੋ ਗਏ ਸਰਕਾਰ ਬਣੀ ਨੂੰ, ਹਰ 5 ਸਾਲ ਬਾਅਦ ਸਰਕਾਰ ਬਣ ਜਾਂਦੀ ਆ, ਉੱਥੇ ਵੀ ਸੌਖੀ ਨਹੀਂ ਹੋਈ। ਹਾਂ, ਲਾ ਐਂਡ ਆਰਡਰ ਦੀ ਗੱਲ ਹੈ, ਲੋਕਾਂ ਦੇ ਰਹਿਣ ਸਹਿਣ ਦੇ ਵਿੱਚ ਜਿੰਨੀਆਂ ਉੱਥੇ ਪਰੇਸ਼ਾਨੀਆਂ ਨੇ, ਜੋ ਹਾਲਾਤ, ਜੇ ਸਰਕਾਰ ਦੀ ਆਪਾਂ ਗੱਲ ਕਰੀਏ ਉਸ ਤੋਂ ਪਹਿਲਾਂ ਦੀ, ਜੇ ਮੈਂ UN ਦੀ ਅੱਜ ਦੀ ਗੱਲ ਕਰਾਂ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਜਿਹੜੇ ਰਾਸ਼ਨ ਦੇ ਭੰਡਾਰ ਨੇ ਉਹ ਮਹੀਨੇ ਕੁ ਤੱਕ ਦੇ ਹੀ ਨੇ। ਤੇ ਜਿਸ ਮੁਲਕ ਦੀ 4 ਕਰੋੜ ਦੇ ਕਰੀਬ ਆਬਾਦੀ ਆ, ਇੰਨੇ 40-50 ਸਾਲ ਤੋਂ ਉਹ ਜੰਗ ਝੱਲ ਰਹੇ ਨੇ। ਆਤੰਕਵਾਦ ਵੀ ਉਹਨਾਂ ਨੇ ਸਾਰੇ ਤਰੀਕੇ ਨਾਲ ਦੇਖਿਆ, ਮੁਜਾਹਿਦੀਨ, ਤਾਲਿਬਾਨ ਕਹਿ ਲਓ, ਉਹਨਾਂ ਨੂੰ ISI ਕਹਿ ਲਓ, ਉਹਨਾਂ ਨੂੰ ਲਦੇਨ ਵਾਲੀ ਪਾਰਟੀ ਦਾ ਨਾਮ ਲੈ ਲਓ, ਪਾਕਿਸਤਾਨ ਨਾਲ ਉਹਨਾਂ ਦੇ ਸਬੰਧ ਦੀ ਗੱਲ ਕਰ ਲਈਏ ਤੇ ਜਿੰਨਾ ਕੁ ਉਹਨਾਂ ਨੇ ਹੁਣ ਤੱਕ ਜ਼ੁਲਮ ਜਾਂ ਜਿਹੋ ਜਿਹੀ ਉਹਨਾਂ ਨੇ ਸੱਤਾ ਦੇਖੀ ਆ, ਉੱਥੇ ਜੇ 1 ਮਹੀਨੇ ਦਾ ਰਾਸ਼ਨ ਹੈ ਤੇ ਉਹ ਫਿਰ ਸਿਰਫ ਔਰ ਸਿਰਫ ਉੱਪਰਲੇ ਲੋਕਾਂ ਕੋਲ ਹੀ ਹੋਣਾ। ਆਮ ਲੋਕ ਜਿਹੜੇ ਆ ਉਹ ਹਾਲੇ ਤੱਕ ਵੀ ਦੌੜੇ ਭੱਜੇ ਫਿਰ ਰਹੇ ਹੋਣਗੇ। ਅਸੀਂ ਬੀਤੇ ਦਿਨੀ ਵੀ ਇੱਕ ਦਿਨ ਸੁਰਖੀ ਦੇਖੀ ਸੀ ਕਿ ਪਾਣੀ ਦੀ ਬੋਤਲ ਵੀ ਜਿਹੜੀ ਆ ਉਹ
2-2 ਹਜ਼ਾਰ ਜਾਂ 3-3 ਹਜ਼ਾਰ ਨੂੰ ਵਿਕਦੀ ਹੈ। ਜੀ ਮਨੁੱਖਤਾ ਦੇ ਵਿੱਚ ਸਹਿਣਸ਼ੀਲਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਘਟ ਰਹੀ ਆ। ਥੋੜੀ ਜਿਹੀ ਤੰਗੀ ਹੋਵੇ ਤਾਂ ਅਸੀਂ ਫਟਾਫਟ ਰਾਸ਼ਨ ਜਿਹੜਾ ਆ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ ਜੀ ਤੇ ਸਵੈ ਵੱਲ ਦੀ ਦੌੜ ਵੀ ਓਨੀ ਹੀ ਸਪੀਡ ਨਾਲ ਲੱਗੀ ਹੋਈ ਆ, ਕਿਸੇ ਦਾ ਕੋਈ ਸੋਚ ਕੇ ਰਾਜੀ ਨਹੀਂ। ਜੀ 1 ਤਰੀਕ ਜਿਸ ਦਿਨ ਤੋਂ ਕਾਬੁਲ ਦਾ ਹਵਾਈ ਅੱਡਾ ਜਿਹੜਾ ਉਹ ਬੰਦ ਹੋਇਆ, ਉਸ ਦਿਨ ਤੋਂ ਬਾਅਦ ਲੋਕਾਂ ਦੀ ਜਿਹੜੀ ਦੌੜ ਆ ਉਹ ਬਾਹਰਲੇ ਬਾਰਡਰਾਂ ਵੱਲ ਨੂੰ ਲੱਗ ਗਈ ਆ। ਜੀ ਹਜ਼ਾਰਾਂ ਲੋਕ ਜਿੱਦਾਂ ਵੀ ਜਾ ਸਕਦੇ ਨੇ ਉਹ ਬਾਰਡਰ ਤੇ ਪਹੁੰਚੇ ਹੋਏ ਨੇ ਕਿ ਸ਼ਾਇਦ ਪਾਕਿਸਤਾਨ ਦੇ ਅਧਿਕਾਰੀ ਸਾਨੂੰ ਆਉਣ ਦੇ ਦੇਣਗੇ ਜਾਂ ਈਰਾਨ ਵੱਲ ਨੂੰ ਅਸੀਂ ਜਾ ਸਕਾਂਗੇ ਜਾਂ ਕਿਸੇ ਹੋਰ ਪਾਸਿਓਂ ਅਸੀਂ ਰਸ਼ੀਆ ਜਾਂ ਕਿਸੇ ਹੋਰ ਤਰੀਕੇ ਨਾਲ ਅਸੀਂ ਕਿਤੇ ਜਾ ਸਕਾਂਗੇ। ਜੀ ਬਹੁਤ ਮੁਸ਼ਕਿਲ ਹਾਲਾਤ ਨੇ, ਭੁੱਖਮਰੀ ਦੀ ਸਥਿਤੀ ਹੈ, ਮੌਸਮ ਦੀਆਂ ਵੀ ਗੱਲਾਂ ਨੇ, ਜੰਗ ਦੇ ਵੀ ਹਾਲਾਤ ਨੇ, ਲੋਕਾਂ ਦੀਆਂ ਆਪਸੀ ਦੁਸ਼ਮਣੀਆਂ ਵੀ ਹੋਣਗੀਆਂ ਤੇ ਤਾਲਿਬਾਨ ਦਾ ਤਾਂ ਤਰੀਕਾ ਜਿਵੇਂ ਦਾ ਅਸੀਂ ਹੁਣ ਤੱਕ ਦੇਖਿਆ ਉਹ ਹੈ ਹੀ। ਜੀ ਇੱਥੇ ਇੰਪੋਰਟੈਂਟ ਗੱਲ, ਇੱਕ ਮੁੱਖ ਗੱਲ ਇਹ ਵੀ ਆ ਕਿ ਪਿਛਲੇ ਮਹੀਨੇ UNSC ਜਿਹੜਾ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਆ, ਉਹਦੀ ਜਿਹੜੀ ਪ੍ਰਧਾਨਗੀ ਸੀ ਉਹ 1 ਮਹੀਨੇ ਲਈ ਭਾਰਤ ਕੋਲ ਸੀ। ਜਿੱਦਾਂ ਜਿਹੜੇ ਬੰਦੇ ਇਹਨੂੰ ਜਾਣਦੇ ਆ ਉਹ ਸਮਝਦੇ ਆ ਕਿ ਹਰ ਮਹੀਨੇ ਲਈ ਇੱਕ ਪ੍ਰਧਾਨ ਥਾਪਿਆ ਜਾਂਦਾ ਤੇ ਉੱਥੇ ਕਿਉਂਕਿ ਉਹ ਮਹੀਨਾ ਜਿਹੜਾ ਅਗਸਤ ਵਾਲਾ ਸੀ ਉਹ ਭਾਰਤ ਦੇ ਜ਼ਿੰਮੇ ਸੀ। 5 ਪੱਕੇ ਕਾਉਂਸਲ ਦੇ ਮੈਂਬਰ ਨੇ UN ਸਿਕਿਉਰਿਟੀ ਕਾਉਂਸਲ ਦੇ, ਚੀਨ, ਰੂਸ, ਫਰਾਂਸ, ਅਮਰੀਕਾ ਤੇ ਬਰਤਾਨੀਆ ਤੇ 10 ਜਿਹੜੇ ਨੇ ਉਹ ਹੋਰ ਮੈਂਬਰ ਨੇ, 10 ਜਾਂ ਸ਼ਾਇਦ 12। ਤੇ ਉਹਨਾਂ ਦੇ ਵਿੱਚ ਇੱਕ ਮਤਾ ਪਾਸ ਹੋਇਆ ਜਦੋਂ ਕਾਬਲ ਦੇ ਉੱਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਤੇ ਇਸੇ ਸਮੇਂ ਦੌਰਾਨ ਭਾਰਤ ਦੀ ਅਧਿਕਸ਼ਤਾ ਦੇ ਵਿੱਚ ਉੱਥੇ ਇੱਕ ਮਤਾ ਪਾਸ ਹੋਇਆ। ਫਰਾਂਸ ਨੇ ਉਹ ਮਤਾ ਭੇਜਿਆ ਕਿ ਤਾਲਿਬਾਨ ਜਿਹੜਾ ਆ ਉੱਥੇ ਕਾਬਜ਼ ਹੋ ਗਿਆ ਤੇ ਹੁਣ ਉਹਦੇ ਲਈ ਕੀਤਾ ਗਿਆ 5 ਵਾਰ ਉਹਦੇ 'ਚ ਉਸ ਮਤੇ 'ਚ ਤਾਲਿਬਾਨ ਸ਼ਬਦ ਦਾ ਜ਼ਿਕਰ ਆ, ਪਰ ਉੱਥੇ ਲਈ ਉਹਨਾਂ ਨੇ ਆਤੰਕਵਾਦ ਸ਼ਬਦ ਦਾ ਜ਼ਿਕਰ ਬਿਲਕੁਲ ਨਹੀਂ ਹੈ ਹੁਣ। ਸੋ ਇਸ ਚੀਜ਼ ਨੂੰ ਤੁਸੀਂ ਇਦਾਂ ਕਹਿ ਸਕਦੇ ਆ ਕਿ UN ਦੀ ਸਿਕਿਉਰਿਟੀ ਕਾਉਂਸਲ ਨੇ ਵੀ ਹੁਣ ਭਾਵੇਂ ਮਾਨਤਾ ਹਾਲੇ ਤੱਕ ਤਾਲਿਬਾਨ ਨੂੰ ਜਾਂ ਤਾਲਿਬਾਨ ਦੀ ਸਰਕਾਰ ਨੂੰ ਨਹੀਂ ਦਿੱਤੀ, ਹਾਲੇ ਤਾਂ ਉਹਨਾਂ ਨੇ ਸਰਕਾਰ ਬਣਾਈ ਵੀ ਨਹੀਂ, ਪਰ ਉਸ ਦੇ ਬਾਵਜੂਦ ਵੀ ਇਸ ਗੱਲ ਨੂੰ ਮਾਨਤਾ ਜ਼ਰੂਰ ਦੇ ਦਿੱਤੀ ਆ ਕਿ ਉਹ ਕੋਈ ਸੰਗਠਨ ਜਿਹੜਾ ਆ ਉਹ ਹੁਣ ਬੈਂਡ ਨਹੀਂ ਹੈਗਾ। ਹਾਲਾਂਕਿ ਉਹਦੇ ਨਾਲ ਜਿਹੜੇ ਸੰਗਠਨ ਜੁੜੇ ਹੋਏ ਨੇ, ਲਦੇਨ ਵਾਲਾ ਸੰਗਠਨ ਹੈ, IS ਹੈ, ਹਕਾਨੀ ਨੈਟਵਰਕ ਹੈ, ਉਹ ਅਮਰੀਕਾ ਦੀ ਲਿਸਟ ਦੇ ਵਿੱਚ ਹਾਲੇ ਵੀ ਬੈਂਡ ਸੰਗਠਨ ਨੇ, ਪਰ ਫਿਰ ਵੀ ਅਮਰੀਕਾ ਉੱਥੇ ਸਿਕਿਉਰਿਟੀ ਕਾਉਂਸਲ ਦੇ ਵਿੱਚ ਸਭ ਤੋਂ ਮੋਹਰਲੀਆਂ ਮੈਂਬਰਾਂ ਦੇ ਵਿੱਚ ਨੇ ਉੱਥੇ, ਪਰ ਉਹ ਜਿਹੜਾ ਸ਼ਬਦ ਆ ਉਹਨਾਂ ਲਈ ਨਹੀਂ ਵਰਤਿਆ ਗਿਆ ਤੇ ਕਿਉਂਕਿ ਪ੍ਰਧਾਨ ਭਾਰਤ ਸੀ ਤੇ ਭਾਰਤ ਦੇ ਸਿਗਨੇਚਰਸ ਦੇ ਨਾਲ ਹੀ ਉਹ ਜਿਹੜਾ ਮਤਾ ਆ ਉਹ ਪਾਸ ਹੋਇਆ। ਸੋ ਹੁਣ ਇਹ ਜਿਹੜੀ BJP ਦੀ ਸਰਕਾਰ ਆ, ਉੱਥੇ ਜਦੋਂ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਇਹ ਪ੍ਰਧਾਨ ਨੇ ਤੇ ਇੱਥੇ ਜਿਹੜੀਆਂ ਗੱਲਾਂ ਕਰਦੇ ਨੇ ਉਹ ਵੱਖਰੀਆਂ ਨੇ। ਜਦੋਂ 18 ਦੇ ਵਿੱਚ ਦੋਹਾ ਦੇ ਵਿੱਚ ਅਮਰੀਕਾ ਦੀ ਤਾਲਿਬਾਨ ਨਾਲ ਮੀਟਿੰਗਸ ਹੁੰਦੀਆਂ, ਤਾਲਿਬਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਹੁੰਦੀ ਆ, ਉਦੋਂ ਇਹਨਾਂ ਨੂੰ ਕਿਸੇ ਨੇ ਨਹੀਂ ਉੱਥੇ ਬਿਠਾਇਆ ਤੇ ਦੂਸਰੇ ਪਾਸੇ ਉਸੇ ਮਤੇ ਨੂੰ ਜਿਹੜਾ ਜਿਹਦੀ ਅਸੀਂ ਮਤੇ ਦੀ ਗੱਲ ਕਰ ਰਹੇ ਹਾਂ, ਉਸ ਮਤੇ ਦਾ ਜਦੋਂ ਪਾਸ ਹੁੰਦਾ, ਜਦੋਂ ਇਹ ਸਿਗਨੇਚਰ ਕਰਦੇ ਤੇ 2 ਵੱਡੀਆਂ ਜਿਹੜੀਆਂ ਸ਼ਕਤੀਆਂ ਨੇ ਉਸ ਮਤੇ 'ਚੋਂ ਗੈਰ ਹਾਜ਼ਰ ਨੇ, ਰੂਸ ਤੇ ਚੀਨ। ਹਾਲਾਂਕਿ ਤੁਸੀਂ ਦੇਖੋ ਇੱਥੇ ਇੰਟਰਨੈਸ਼ਨਲ ਪੋਲਿਟਿਕਸ ਦਾ ਇੱਕ ਵੱਖਰਾ ਐਸਪੈਕਟ ਆ। ਤਾਲਿਬਾਨ ਦਾ ਸਮਰਥਨ ਸਭ ਤੋਂ ਜ਼ਿਆਦਾ ਕੌਣ ਕਰ ਰਿਹਾ? ਰੂਸ, ਚੀਨ, ਈਰਾਨ, ਪਾਕਿਸਤਾਨ ਤੇ UAE। ਤੇ ਜਦੋਂ UN ਦੀ ਸਿਕਿਉਰਿਟੀ ਕਾਉਂਸਲ 'ਚ ਮਤਾ ਪੇਸ਼ ਹੁੰਦਾ, ਉਦੋਂ ਉਸ ਮਤੇ 'ਚੋਂ ਬਾਹਰ ਕੌਣ ਆ? ਰੂਸ ਤੇ ਚੀਨ, ਜਿਹੜੇ ਉਹਨਾਂ ਦਾ ਸਮਰਥਨ ਕਰ ਰਹੇ ਨੇ। ਦੇਖੋ ਇਹ ਇੰਟਰਨੈਸ਼ਨਲ ਜਿਹੜੀ ਸਟੱਡੀਜ਼ ਕਰਦੇ ਨੇ ਜਿਹੜੇ ਵਿਦਿਆਰਥੀ, ਉਹਨਾਂ ਲਈ ਵੀ ਇਹ ਇੱਕ ਮਜ਼ੇਦਾਰ ਚੈਪਟਰ ਬਣੇਗਾ ਜਦੋਂ ਇਹ ਤੇ ਗੱਲ ਹੋਵੇਗੀ ਕਿ ਜਿਹੜੇ ਸਮਰਥਨ ਕਰਦੇ ਨੇ ਉਸੇ ਉਸ ਮਤੇ ਦੇ ਵਿਰੋਧ 'ਚ ਨੇ। ਪਰ ਗੱਲ ਦੂਸਰੀ ਆ, ਉਹ ਉਸ ਵਿਰੋਧ 'ਚ ਕਿਉਂ ਨੇ? ਕਿਉਂਕਿ ਜੇ ਰੂਸ ਤੇ ਚੀਨ ਉਸ ਮਤੇ ਦੇ ਹੱਕ 'ਚ ਵੋਟ ਪਾਉਂਦੇ ਨੇ, ਫਿਰ ਤੇ ਇਹ ਹੋ ਜਾਏਗਾ ਕਿ ਉਹ ਅਮਰੀਕਾ, ਫਰਾਂਸ ਤੇ ਜਰਮਨੀ ਅਮਰੀਕਾ, ਫਰਾਂਸ ਤੇ ਬਰਤਾਨੀਆ ਦਾ ਸਮਰਥਨ ਕਰਦੇ ਨੇ। ਉਹਨਾਂ ਨੇ ਉਹਦਾ ਸਮਰਥਨ ਨਹੀਂ ਕੀਤਾ, ਉਹਦੇ ਅਗੇਂਸਟ ਵੀ ਨਹੀਂ ਬੋਲੇ, ਉਸ ਮਤੇ 'ਚੋਂ ਗੈਰ ਹਾਜ਼ਰ ਰਹੇ। ਬਾਹਰ ਉਹਨਾਂ ਨੇ ਆਪਣੀ ਗੱਲ ਰੱਖੀ ਕਿ ਅਫਗਾਨਿਸਤਾਨ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹਦੇ ਲਈ ਜ਼ਿੰਮੇਵਾਰ ਨੈਟੋ ਫੋਰਸਸ ਨੇ, ਅਮਰੀਕਾ ਹੈ, ਤੇ ਜਿਹੜੇ ਉੱਥੋਂ ਛੱਡ ਕੇ ਚਲੇ ਗਏ ਨੇ ਉਹ ਨੇ। ਇਹਨਾਂ ਨੇ ਕਾਲ ਨਾਲ ਸਾਰਾ ਕੁਝ ਛੱਡਿਆ। ਸੋ ਹੁਣ ਜਿਹੜੀ ਤੁਸੀਂ ਗੱਲ ਕਰਦੇ ਆ ਸਰਕਾਰ ਬਣਾਉਣ ਦੀ, ਉੱਥੇ ਸਰਕਾਰ ਜਿਹੜੀ ਬਣ ਰਹੀ ਆ ਉਹ ਲਗਭਗ ਉਹ ਉਹਨਾਂ ਦੇ ਗਵਾਂਢੀ ਮੁਲਕ ਦੀ ਤਰਜ਼ ਤੇ ਬਣ ਰਹੀ ਆ, ਕਿਉਂਕਿ ਉਹ ਮੁਸਲਿਮ ਕੰਟਰੀ ਨੇ, ਇਸਲਾਮਿਕ ਸਟੇਟ ਨੇ, ਮੁਸਲਿਮ ਸ਼ਰੀਅਤ ਕਾਨੂੰਨ ਦੇ ਅਧੀਨ ਉਹਨਾਂ ਨੇ ਉਹ ਸਰਕਾਰ ਜਿਹੜੀ ਆ ਬਣਾਉਣੀ ਆ। ਤੇ ਉਹਨਾਂ ਨੇ ਈਰਾਨ ਵਾਲਾ ਜਿਹੜਾ ਫਾਰਮੂਲਾ ਆ ਉਹਨੂੰ ਅਪਣਾਇਆ। ਈਰਾਨ ਦੇ ਵਿੱਚ ਪ੍ਰਧਾਨ ਮੰਤਰੀ ਕੌਣ ਹੈ, ਰਾਸ਼ਟਰਪਤੀ ਕੌਣ ਹੈ, ਸਾਨੂੰ ਸ਼ਾਇਦ ਯਾਦ ਰਹਿੰਦਾ ਹੋਵੇ, ਪਰ ਉਹ ਅਤਾਉੱਲਾ ਖਮੈਨੀ ਜਿਹੜਾ ਆ ਉਹਦਾ ਨਾਮ ਜ਼ਰੂਰ ਯਾਦ ਰਹਿੰਦਾ, ਕਿਉਂਕਿ ਉੱਥੇ ਦਾ ਉਹ ਧਾਰਮਿਕ ਆਗੂ ਵੀ ਹੁੰਦਾ, ਧਾਰਮਿਕ ਮੁਖੀ ਵੀ ਹੁੰਦਾ। ਸ਼ਰੀਅਤ ਦੀ ਆਖਰੀ ਵਿਆਖਿਆ ਵੀ ਉਹਦੇ ਕੋਲੋਂ ਹੁੰਦੀ ਹੈ ਜੇ ਕੋਈ ਪੇਚ ਫਸਦਾ ਤਾਂ। ਜਿੰਨੀਆਂ ਫਾਈਨੈਂਸ਼ੀਅਲ ਵੱਡੀਆਂ ਚੀਜ਼ਾਂ ਨੇ ਉਹ ਵੀ ਸਾਰੀਆਂ ਉਹਦੇ 'ਚ ਨਿਕਲ ਕੇ ਆਉਂਦੀਆਂ ਨੇ ਤੇ ਜਿਹਦੇ ਜਿੰਨੇ ਵੀ ਇੰਟਰਨੈਸ਼ਨਲ ਮੈਟਰਸ ਨੇ ਉਹ ਵੀ ਉਹਨਾਂ ਕੋਲ ਨਿਕਲ ਆਉਂਦੇ ਨੇ। ਹਾਲਾਂਕਿ ਕਹਿਣ ਨੂੰ ਈਰਾਨ ਦੇ ਵਿੱਚ ਜਿਹੜੀਆਂ ਵੋਟਾਂ ਉਹ ਪੈਂਦੀਆਂ ਨੇ, ਰਾਸ਼ਟਰਪਤੀ ਉੱਥੇ ਚੁਣਿਆ ਜਾਂਦਾ, ਤੇ ਜਿਹੜੀ ਇਹਦੀ ਖਮੈਨੀ ਦੀ
ਹੈਗੀ ਆ ਇੱਕ 10 ਮੈਂਬਰੀ ਜਾਂ 12 ਮੈਂਬਰੀ ਕਮੇਟੀ, ਉਹਦੇ 'ਚ ਵੀ 6 ਮੈਂਬਰ ਉਹਨੇ ਨਾਮਜ਼ਦ ਕੀਤੇ ਹੁੰਦੇ, 7ਵਾਂ ਉਹ ਆਪ ਹੁੰਦਾ ਤੇ 6 ਮੈਂਬਰ ਫਿਰ ਬਾਕੀ ਪਾਸਿਓਂ ਚੁਣ ਕੇ ਆਉਂਦੇ ਨੇ। ਸੋ ਕਹਿਣ ਦਾ ਮਤਲਬ ਕੀ ਆ ਕਿ ਕਹਿਣ ਨੂੰ ਤੇ ਈਰਾਨ ਜਾਂ ਉਹ ਲੋਕਤੰਤਰਿਕ ਦੇਸ਼ ਆ, ਪਰ ਉੱਥੇ ਜਿਹੜੀ ਸਾਰੀ ਦੀ ਸਾਰੀ ਪਾਵਰ ਆ ਉਹ ਇੱਕ ਹੀ ਬੰਦੇ ਦੇ ਹੱਥ 'ਚ ਆ। ਤੇ ਉੱਥੇ ਜਿਹੜੀ ਇਲੈਕਸ਼ਨ ਹੁੰਦੀ ਆ, ਇਲੈਕਸ਼ਨ ਲਈ ਰਾਸ਼ਟਰਪਤੀ ਕਿਹਨੇ ਬਣਨਾ ਹੈ ਉਹਦੇ ਲਈ ਵੋਟਾਂ ਹੁੰਦੀਆਂ ਨੇ, ਪਰ ਰਾਸ਼ਟਰਪਤੀ ਦਾ ਨਾਮ ਕੌਣ ਆ, ਰਾਸ਼ਟਰਪਤੀ ਲਈ ਚੋਣ ਕੌਣ ਲੜੇਗਾ, ਇਹ ਕਿਹਨੇ ਦੱਸਣਾ ਹੈ, ਅਤਾਉੱਲਾ ਨੇ, ਖਮੈਨੀ ਸਾਹਿਬ ਨੇ। ਸੋ ਇਸੇ ਤਰਜ਼ ਦੇ ਨਾਲ ਜਿਹੜਾ ਇੱਥੇ ਸਰਕਾਰ ਜਿਹੜੀ ਆ ਉਹ ਬਣਨ ਜਾ ਰਹੀ ਆ। ਜੋ ਹੁਣ ਤੱਕ ਖਬਰਾਂ ਆਉਂਦੀਆਂ, ਤੁਲਾ ਜਿਹੜੀ ਉਹਨਾਂ ਦੀ ਨਿਊਜ਼ ਏਜੰਸੀ ਆ ਉਹਦੇ ਨਾਲ ਬਾਹਰਲੇ ਕੁਝ ਪੱਤਰਕਾਰਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਜੋ ਉਹਨਾਂ ਨੂੰ ਦੱਸਿਆ ਕਿ ਜਿਹੜੇ ਉੱਥੇ ਹੈਬਤੁੱਲਾ ਨੇ ਅਖੁੰਦਜ਼ਾਦਾ, ਉਹ 60 ਕੁ ਸਾਲ ਦੀ ਉਹਨਾਂ ਦੀ ਉਮਰ ਆ ਤੇ ਉੱਥੇ ਮਸਜਿਦ ਦੇ ਵਿੱਚ ਉਹ ਪ੍ਰਚਾਰ ਵੀ ਕਰਦੇ ਨੇ ਤੇ ਇਹੋ ਜਿਹੀਆਂ ਜਿਹੜੀਆਂ ਸ਼ਰੀਅਤ ਦੀਆਂ ਵਿਆਖਿਆ ਵੀ ਕਰਦੇ ਨੇ ਤੇ ਤਾਲਿਬਾਨ ਦੇ ਮੋਢੀ ਆਗੂਆਂ 'ਚ ਵੀ ਉਹ ਸ਼ੁਮਾਰ ਨੇ। ਉਹ ਸਰਕਾਰ ਦੇ ਪ੍ਰਮੁੱਖ ਹੋਣਗੇ, ਸਰਵਾ ਹੋਣਗੇ ਤੇ ਜਿਹੜੇ ਅਬਦੁਲ ਗਨੀ ਬਰਾਦਰ ਨੇ ਉਹ ਸਰਕਾਰ ਦਾ ਕੰਮਕਾਰ ਦੇਖਣਗੇ। ਬਾਕੀ ਚੀਜ਼ਾਂ ਦੇ ਜਿਹੜੇ ਕੁਝ ਹੋਰ ਨਾਮ ਵੀ ਸਾਹਮਣੇ ਆਉਣਗੇ, ਪਰ ਜਿਹੜੀ ਅਸਲ ਗੱਲ ਇਹ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ, ਉਸ ਚੀਜ਼ ਨੂੰ, ਉਸ ਪ੍ਰਕਿਰਿਆ ਦੇ ਵਿੱਚ ਆਉਣ ਲਈ, ਲੋਕਾਂ ਦੀ ਜ਼ਿੰਦਗੀ ਆਮ ਹੋਣ ਲਈ ਬਹੁਤ ਜਿਹੜਾ ਸਮਾਂ ਲੱਗਣ ਦੀ ਆਸਾਰ ਨੇ। ਕਿਉਂਕਿ ਦੇਖੋ ਅਮਰੀਕਾ ਨੇ ਉੱਥੋਂ ਚਲੇ ਗਏ ਨੇ ਤੇ ਅਮਰੀਕਾ ਨੇ ਹਾਲੇ ਵੀ ਕਿਹਾ ਕਿ ਅਸੀਂ ਤੁਹਾਡੇ ਤੇ ਨਜ਼ਰ ਜਿਹੜੀ ਰੱਖ ਰਹੇ ਹਾਂ, ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ। ਭਾਵੇਂ ਕਿ ਅਮਰੀਕਾ ਉਹਨਾਂ ਨਾਲ ਜੰਗ ਦੀ ਸਥਿਤੀ 'ਚ ਨਹੀਂ ਹੈ, ਪਰ ਉਹਨਾਂ ਦੇ ਜਿਹੜੇ ਇੰਟਰਨੈਸ਼ਨਲ ਫੰਡਸ ਨੇ ਉਹ ਸਾਰੇ ਫਰੀਜ਼ ਨੇ। IMF ਤੋਂ ਜਿਹੜੀ ਉਹਨਾਂ ਨੂੰ ਕੋਈ ਥੋੜੀ ਬਹੁਤ ਮਦਦ ਮਿਲਦੀ ਸੀ ਉਹਦੇ ਤੇ ਵੀ ਹਾਲ ਦੀ ਘੜੀ ਰੋਕ ਆ। ਜਦੋਂ ਉਹ ਸਰਕਾਰ ਬਣਾ ਲੈਣਗੇ ਉਸ ਤੋਂ ਬਾਅਦ ਵੀ IMF ਤੇ ਜਿਹੜੇ ਵੱਡੇ ਮੁਲਕ ਨੇ ਇਹ ਸੋਚਣਗੇ ਕਿ ਇਹਨਾਂ ਨੂੰ ਪੈਸੇ ਦੇਣੇ ਆ ਕਿ ਨਹੀਂ ਦੇਣੇ। ਜੇ ਦਿੱਤੇ ਜਾਂਦੇ ਆ ਤਾਂ ਉਹ ਕਿੱਥੇ ਤੱਕ ਪਹੁੰਚਣਗੇ ਤੇ ਕਿੱਥੇ ਤੱਕ ਨਹੀਂ। ਤੇ ਜਿਹੜੀ ਉੱਥੇ ਧਨ ਸੰਪਦਾ ਆ, ਜਿਹੜੀ ਉੱਥੇ ਖਣਿਜ ਸੰਪਦਾ ਆ, ਉਹਦੇ ਤੇ ਰੂਸ ਦੀਆਂ ਵੀ ਨਜ਼ਰਾਂ ਨੇ, ਚੀਨ ਦੀਆਂ ਵੀ ਨਜ਼ਰਾਂ ਨੇ, ਪਾਕਿਸਤਾਨ ਦੀਆਂ ਵੀ ਨਜ਼ਰਾਂ ਨੇ ਤੇ ਇਹਨਾਂ ਬਾਕੀਆਂ ਦੀਆਂ ਨਜ਼ਰਾਂ ਵੀ ਰਹਿਣਗੀਆਂ। ਪਰ ਲੋਕਾਂ ਦੀ ਜ਼ਿੰਦਗੀ ਦੇ ਹਾਲਾਤ ਸੁਧਾਰਨ ਲਈ ਉਹਨੂੰ ਹਾਲੇ ਸਮਾਂ ਲੱਗੇਗਾ। ਦੇਖੋ ਕਿੰਨੇ ਦਿਨਾਂ 'ਚ ਉਹ ਅਨਾਊਂਸਮੈਂਟ ਕਰਦੇ ਨੇ ਇਸ ਸਰਕਾਰ ਦੀ, ਤੇ ਫਿਰ UN ਸਿਕਿਉਰਿਟੀ ਕਾਊਂਸਲ ਜਾਂ UN ਦਾ ਜਿਹੜੀ ਆਮ ਇਜਲਾਸ ਆ ਉਹ ਕਦੋਂ ਇਹਨੂੰ ਮਾਨਤਾ ਦਿੰਦਾ ਤੇ ਕੌਣ ਮਾਨਤਾ ਦੇਣ ਵਾਲਿਆਂ 'ਚ। ਭਾਰਤ ਨੇ ਤੇ ਇਸ ਸਾਰੇ ਮਸਲੇ ਨੂੰ ਸਮਝਣ ਲਈ ਬਹੁਤ ਦੇਰ ਕੀਤੀ ਆ, ਮੈਂ ਇਹ ਗੱਲ ਕਹਿਣੀ ਚਾਹੂੰਗਾ, ਕਿਉਂਕਿ ਜੇ ਉਹਨਾਂ ਨੇ ਹੁਣ ਉਹਨਾਂ ਨਾਲ ਮੀਟਿੰਗ ਕੀਤੀ ਆ 3 ਦਿਨ ਪਹਿਲਾਂ, ਤੇ ਇਹ ਮੀਟਿੰਗ ਜਿਹੜੀਆਂ ਉਹਨਾਂ ਨੂੰ 18 ਤੋਂ ਹੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ। ਕਿਉਂਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਆ ਉਹ ਬਹੁਤ ਧਿਆਨ ਮੰਗਦੀ ਆ, ਉਹਦੇ ਲਈ ਫੋਰਕਾਸਟਿੰਗ, ਫੋਰਸਾਈਟਡਨੈਸ ਜਿਹੜੀ ਆ ਉਹ ਬਹੁਤ ਜ਼ਰੂਰੀ ਚੀਜ਼ ਆ। ਪਰ ਇਹ ਸਰਕਾਰ ਲਗਭਗ ਆਪਣੇ ਮਸਲਿਆਂ 'ਚ ਉਲਝੀ ਰਹੀ, ਇਹਨਾਂ ਨੇ ਉੱਥੋਂ ਬਿਲਕੁਲ ਨੁਕਸਾਨ ਕਰਵਾਇਆ। ਇੱਕ ਉਹਦਾ ਆਸਪੈਕਟ ਹੋਰ ਵੀ ਆ, ਉੱਥੇ ਬਹੁਤ ਵੱਡੀ $3 ਬਿਲੀਅਨ ਲਗਭਗ ਭਾਰਤ ਨੇ ਉੱਥੇ ਇਨਵੈਸਟ ਕੀਤੇ ਹੋਏ ਨੇ, ਤੇ ਜਿਹੜੇ ਇਹਨਾਂ ਦੇ ਸਾਥੀ ਨੇ ਅਮਰੀਕਾ ਨੇ ਉੱਥੇ ਇੱਕ ਪੈਸੇ ਦੀ ਇਨਵੈਸਟਮੈਂਟ ਨਹੀਂ ਕੀਤੀ ਹੋਈ। ਹਾਲਾਂਕਿ ਉਹਨਾਂ ਨੇ ਇਕਨੋਮਿਕ ਉੱਥੇ ਡਿਫੈਂਸ ਲਈ ਬਹੁਤ ਖਰਚੇ ਕੀਤੇ ਹੋਣਗੇ, ਪਰ ਉਹਨਾਂ ਨੇ ਉੱਥੇ ਕੋਈ ਇਨਫਰਾਸਟਰਕਚਰ ਡਿਵੈਲਪਮੈਂਟ ਨਹੀਂ ਕੀਤੀ। ਤੇ ਭਾਰਤ ਨੇ ਉੱਥੇ ਐਸੇ ਪੁਲ ਬਣਾਏ ਨੇ, ਉਹਨਾਂ ਦੀ ਜਿਹੜੀ ਹੈਗੀ ਆ ਪਾਰਲੀਮੈਂਟ ਵੀ ਬਣਾਈ ਆ, ਹੋਰ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ 'ਚ ਇਹਨਾਂ ਨੇ ਇਨਵੈਸਟਮੈਂਟ ਕੀਤੀ ਆ। ਤੇ ਇਹਨਾਂ ਨੇ ਹਾਲੇ ਇਹਨਾਂ ਦੇ ਲੋਕ ਵੀ ਫਸੇ ਹੋਏ ਨੇ। ਜਿਹੜੀ ਮੁਲਾਕਾਤ ਵੀ ਉੱਥੇ ਦੋਹਾ 'ਚ ਇਹਨਾਂ ਦੇ ਕੀਤੀ ਆ ਜਨਰਲ ਨੇ ਉਹਨਾਂ ਦੇ ਸਾਥੀ ਦੇ ਨਾਲ, ਤਾਲਿਬਾਨ ਦੇ ਇੱਕ ਆਗੂ ਦੇ ਨਾਲ। ਭਾਰਤ ਦੇ ਅੰਬੈਸਡਰ ਨੇ ਦੋਹਾ 'ਚ ਹੁਣ ਇੱਕ ਮੁਲਾਕਾਤ ਕੀਤੀ ਹੈ ਤੇ ਉੱਥੇ ਵੀ ਉਹਨਾਂ ਨੇ ਉਹ 2-3 ਗੱਲਾਂ ਜਿਹੜੀਆਂ ਸਾਹਮਣੇ ਰੱਖੀਆਂ ਕਿ ਸਾਡੇ ਜਿਹੜੇ ਲੋਕ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ। ਤੇ ਦੂਸਰੀ ਗੱਲ ਉਹਨਾਂ ਨੂੰ ਕੀਤੀ ਹੈ ਕਿ ਤੁਹਾਡੀ ਜ਼ਮੀਨ ਜਿਹੜੀ ਆ, ਤਾਲਿਬਾਨ ਦੀ ਜਿਹੜੀ ਭੂਮੀ ਆ, ਅਫਗਾਨਿਸਤਾਨ ਦੀ ਜਿਹੜੀ ਜ਼ਮੀਨ ਆ, ਉਹਦੀ ਵਰਤੋਂ ਅੱਤਵਾਦ ਲਈ ਨਾ ਕੀਤੀ ਜਾਵੇ। ਤੇ ਇਹ 2-3 ਸ਼ਰਤਾਂ ਰੱਖ ਕੇ ਤੁਸੀਂ ਪਹਿਲਾਂ ਵੀ ਉਹਨਾਂ ਨਾਲ ਮੀਟਿੰਗਸ ਜਿਹੜੀਆਂ ਉਹ ਕਰ ਸਕਦੇ ਸੀ। ਹਾਲਾਂਕਿ 1-2 ਵਾਰ ਰਸ਼ੀਆ ਦੇ ਕਹਿਣ ਤੇ ਉਹ ਮੀਟਿੰਗਸ ਦੇ ਵਿੱਚ ਇਹਨਾਂ ਨੂੰ ਬਿਠਾਇਆ ਵੀ ਗਿਆ, ਪਰ ਕੁੱਲ ਮਿਲਾ ਕੇ ਭਾਰਤ ਸਰਕਾਰ ਇਸ ਮਸਲੇ ਦੇ ਵਿੱਚ ਬਹੁਤ ਪਛੜ ਕੇ ਸਾਹਮਣੇ ਆਈ। ਇਸ ਵੇਲੇ ਤੁਸੀਂ ਬਿਲਕੁਲ ਪਛੜੇ ਨਹੀਂ ਹੋ। ਸਾਰੀ ਕਹਾਣੀ ਜਿਹੜੀ ਹੈ ਨਾ ਵਿਸਥਾਰ ਨਾਲ ਦੱਸ ਦਿੱਤੀ। ਮੈਂ ਸੋਚ ਰਹੀ ਸੀ ਕਿੱਥੋਂ ਬ੍ਰੇਕ ਲਾਵਾਂ। ਬਸ ਕੋਸ਼ਿਸ਼ ਇੰਨੀ ਹੈ, ਅਰਦਾਸ ਇਹ ਹੋਏ ਕਿ ਅਫਗਾਨਿਸਤਾਨ ਦੇ ਲੋਕ ਜਿਹੜੇ ਨੇ 2 ਵਕਤ ਦੀ ਰੋਟੀ ਤੇ ਚੰਗੀ ਜ਼ਿੰਦਗੀ ਉਹਨਾਂ ਨੂੰ ਮਿਲ ਜਾਏ, ਅਗਵਾਈ ਕੋਈ ਵੀ ਕਰੇ, ਹੈ ਨਾ। ਤੇ ਆਪਾਂ ਇਸ ਪ੍ਰੋਗਰਾਮ 'ਚ ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਲੈਣੇ ਨੇ, ਪਰ ਅੰਤਰਾਲ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਮੁੜ ਤੋਂ ਸਵਾਗਤ ਕਰਾਂਗੇ ਅੰਤਰਾਲ ਤੋਂ ਪਿੱਛੋਂ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਸ਼ਰਮਾ ਜੀ, ਅਫਗਾਨਿਸਤਾਨ ਦੀ ਤੁਸੀਂ ਸੈਰ ਕਰਾਤੀ, ਦੇਸ਼ ਦੀ GDP ਗਿਣਾਤੀ, ਸੁਪਰੀਮ ਕੋਰਟ ਨੇ ਕੀ ਕਿਹਾ ਉਹ ਵੀ ਦੱਸ ਦਿੱਤਾ, ਤੇ ਹੁਣ ਵਾਪਸ ਪੰਜਾਬ ਤੇ ਆ ਜਾਈਏ ਜੀ। ਕਿਉਂਕਿ ਪੰਜਾਬ ਦੀ ਸਿਆਸਤ ਇਸ ਵੇਲੇ ਕਦੀ ਇਹ ਮੈਂ ਉੱਪਰ ਹਾਂ ਤੇ ਤੁਸੀਂ ਥੱਲੇ, ਜਾਂ ਤੁਸੀਂ ਉੱਪਰ ਤੇ ਕੋਈ ਹੋਰ ਉੱਪਰ, ਉਸ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰ ਰਹੇ। ਦਿੱਲੀ ਵਾਲੇ ਪੀਰ ਬਹੁਤ ਉੱਪਰ, ਤੁਸੀਂ ਇਹੀ ਕਹਿਣਾ ਜੀ? ਯੈਸ ਇਹੀ ਕਹਿਣਾ ਚਾਹੁੰਦੀ ਸੀ ਮੈਂ। ਪਰ ਇਸ ਵੇਲੇ ਸਿਆਸਤਦਾਨਾਂ ਦੀ ਗੱਲ ਬਾਅਦ ਕਰਾਂਗੇ। ਪਹਿਲਾਂ ਅੱਜ ਵਿਧਾਨ ਸਭਾ ਦਾ ਜਿਹੜਾ 1 ਦਿਨਾ ਸੈਸ਼ਨ ਹੋਇਆ ਉਹਦੇ ਬਾਰੇ ਦੱਸ ਦਿਓ।
ਦੇਖੋ ਵਿਧਾਨ ਸਭਾ ਦਾ ਇਹ ਸਪੈਸ਼ਲ ਇਜਲਾਸ ਬੁਲਾਇਆ ਗਿਆ ਸੀ ਇੱਕ ਦਿਨ ਲਈ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਨੂੰ ਸਮਰਪਿਤ ਦਿਨ ਸੀ ਇਹ ਜੀ। ਤੇ ਸਿਰਫ ਉਹਦੇ ਲਈ ਹੀ ਸੈਸ਼ਨ ਬੁਲਾਇਆ ਸੀ। ਕਾਂਗਰਸ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਇਹ ਚਾਹੁੰਦੀਆਂ ਸੀ ਕਿ ਮਾਨਸੂਨ ਸੈਸ਼ਨ ਜਿਹੜਾ ਆ ਉਹ ਤੁਸੀਂ 10-15 ਦਿਨ ਦਾ, ਹਫ਼ਤੇ ਦਾ ਰੱਖੋ ਜੀ। ਤੇ ਉਹਦੇ ਹੀ ਪਹਿਲੇ ਦਿਨ ਨੂੰ ਤੁਸੀਂ ਇਸ ਵਿਸ਼ੇਸ਼ ਦਿਨ ਲਈ ਰੱਖ ਲਓ ਤੇ ਬਾਕੀ ਦਿਨਾਂ ਦੇ ਵਿੱਚ ਜਿਹੜੀ ਤੁਸੀਂ ਚਰਚਾ ਆ ਜਾਂ ਪੰਜਾਬ ਦੇ ਜਿਹੜੇ ਮੁੱਦੇ ਨੇ ਜਾਂ ਜਿਹੜੀਆਂ ਵੀ ਪੰਜਾਬ ਦੇ ਹਿੱਤ 'ਚ ਕਰਨ ਵਾਲੀਆਂ ਗੱਲਾਂ ਨੇ ਜਿਹਦੇ ਕਰਕੇ MLAs ਦਾ ਚੁਣਾਵ ਹੁੰਦਾ ਕਿ ਉਹਨਾਂ ਨੇ ਆਪਣੇ ਹਲਕੇ ਦੀਆਂ ਗੱਲਾਂ ਚੰਡੀਗੜ੍ਹ ਦੇ ਵਿੱਚ ਬੈਠ ਕੇ ਵਿਚਾਰਨੀਆਂ ਨੇ ਤੇ ਉਹਦੇ ਨਾਲ ਸੰਬੰਧਿਤ ਕਾਨੂੰਨਾਂ ਦਾ ਨਿਰਮਾਣ ਕਰਨਾ ਹੈ ਤੇ ਫਿਰ ਉਹਨਾਂ ਹੀ ਕਾਨੂੰਨਾਂ ਨੇ ਲੋਕਾਂ ਦਾ ਜਿਹੜਾ ਜ਼ਿੰਦਗੀ ਸੁਖਾਲੀ ਕਰਨੀ ਆ ਉਹਦੇ ਤੇ ਕੰਮ ਹੋਣਾ ਹੈ। ਪਰ ਸਰਕਾਰ ਜਿਉਂ ਕਿ ਆਪਣੇ ਮਸਲਿਆਂ ਦੇ ਵਿੱਚ ਉਲਝੀ ਹੋਈ ਹੈ, ਇਸ ਕਰਕੇ ਉਹਨਾਂ ਨੇ ਸਿਰਫ ਇਸ ਸੈਸ਼ਨ ਨੂੰ ਇੱਕ ਸਪੈਸ਼ਲ ਸੈਸ਼ਨ ਦੇ ਵਿੱਚ ਹੀ ਰੱਖਿਆ ਸੀ, ਇੱਕ ਦਿਨ ਦਾ ਹੀ ਸੀ। ਫਿਰ ਵੀ ਸਾਨੂੰ ਆਸ ਸੀ ਕਿ ਉੱਥੇ ਕੁਝ ਰੌਲਾ ਰੱਪਾ ਜਿਹੜਾ ਆ ਜ਼ਰੂਰ ਹੋਵੇਗਾ, ਕੁਝ ਲੋਕ ਉਹਦੇ ਖਿਲਾਫ ਜਾਂ ਜਿਹੜੀਆਂ ਗੱਲਾਂ ਅੱਜ ਕੱਲ੍ਹ ਉਲਝੀਆਂ ਪਈਆਂ ਪੰਜਾਬ ਕਾਂਗਰਸ ਦੀਆਂ ਅੰਦਰੂਨੀ ਵੀ ਤੇ ਅਕਾਲੀ ਦਲ ਦੇ ਰੈਲੀਆਂ ਨੂੰ ਲੈ ਕੇ ਵਿਰੋਧ ਦੀ ਵੀ ਤੇ ਆਮ ਆਦਮੀ ਪਾਰਟੀ ਦੀਆਂ ਵੀ ਜਿਹੜੀਆਂ ਗੱਲਾਂ ਨੇ ਉਹ ਸਾਰੇ ਕਹਿੰਦੇ ਨੇ ਕਿ ਕਾਂਗਰਸ ਤੇ BJP ਰਲੇ ਹੋਏ ਨੇ, ਕੋਈ ਕਹਿੰਦਾ ਹੈ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਰਲੀ ਹੋਈ ਆ, ਕੋਈ ਕਹਿੰਦਾ ਕਿ ਕਾਂਗਰਸ ਤੇ ਅਕਾਲੀ ਸਾਂਝੇ ਨੇ। ਉਹ ਸਾਰਾ ਰੌਲਾ ਰੱਪਾ ਸੁਣਨ ਦੀ ਆਸ ਸੀ ਪਰ ਇਹ ਜਿਹੜਾ ਸੈਸ਼ਨ ਸੀ ਉਹ ਸਿਰਫ ਥੋੜਾ ਕੁ ਟਾਈਮ ਹੀ ਚੱਲਿਆ। 11 ਕੁ ਵਜੇ ਸ਼ੁਰੂ ਹੋ ਕੇ ਤੇ 1 ਵਜੇ ਤੋਂ ਬਾਅਦ ਸੀਗਾ ਕਿ ਦੁਪਹਿਰ ਤੋਂ ਬਾਅਦ ਕਾਰਵਾਈ ਚੱਲੇਗੀ। ਫਿਰ ਉਹਨੂੰ ਥੋੜੇ ਸਮੇਂ ਲਈ ਮੁਲਤਵੀ ਕੀਤਾ ਗਿਆ। ਜਦੋਂ ਦੁਬਾਰਾ ਸ਼ੁਰੂ ਹੋਇਆ ਤਾਂ ਫਿਰ ਉਹਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਤੇ ਉਹ ਜਿਹੜੇ MLAs ਸੀਗੇ ਸਾਰੇ ਪੰਜਾਬ ਤੋਂ ਇਕੱਠੇ ਹੋਏ ਕਿਉਂਕਿ ਸਾਰੀਆਂ ਪਾਰਟੀਆਂ ਨੇ ਵਿਪ ਜਾਰੀ ਕਰਤੇ ਸੀਗੇ ਕਿ ਸੈਸ਼ਨ ਜਿਹੜਾ ਹੈ ਬਹੁਤ ਜ਼ਰੂਰੀ ਹੈ ਤੇ ਉੱਥੇ ਪਹੁੰਚੋ। ਪਰ ਉਹ ਕੁੱਲ ਮਿਲਾ ਕੇ ਸਿਰਫ ਔਰ ਸਿਰਫ ਗੁਰੂ ਸਾਹਿਬ ਨੂੰ ਯਾਦ ਕਰਨ ਤੱਕ ਹੀ ਰਹਿ ਗਿਆ ਤੇ ਉਹਦੇ ਵਿੱਚ ਹੋਰ ਵੀ ਗੱਲਾਂ ਸਾਹਮਣੇ ਆਈਆਂ ਕਿ ਅੰਦਰ ਤੇ ਸਾਰਿਆਂ ਨੇ ਕਿਸੇ ਨੇ ਕੁਝ ਨਹੀਂ ਬੋਲਿਆ ਤੇ ਬਾਹਰ ਆ ਕੇ ਫਿਰ ਸਾਰਿਆਂ ਨੇ ਉਹੀ ਰਾਜਨੀਤੀ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਬਾਹਰ ਆ ਕੇ ਗੱਲਾਂ ਕੀਤੀਆਂ ਕਿ ਦਿੱਲੀ ਦਾ ਜਿਹੜਾ 에ਅਰਪੋਰਟ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਆ ਉਹਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਵੇ। ਟੋਲਰੈਂਸ ਦੀ ਗੱਲ ਕੀਤੀ ਕਿ ਉਹਨਾਂ ਦੇ ਨਾਮ ਤੇ ਅੰਤਰਰਾਸ਼ਟਰੀ ਜਿਹੜਾ ਹਿਊਮਨ ਰਾਈਟਸ ਡੇ ਆ ਉਹ ਮਨਾਇਆ ਜਾਵੇ। ਇੱਦਾਂ ਦੀਆਂ ਗੱਲਾਂ ਉਹਨਾਂ ਨੇ ਬਾਹਰ ਆ ਕੇ ਕੀਤੀਆਂ ਤੇ ਕਾਂਗਰਸ ਵਾਲੇ ਬੰਦੇ ਇਹ ਬਾਹਰ ਆ ਕੇ ਕਹਿੰਦੇ ਸੁਣੇ ਗਏ ਕਿ ਤੁਸੀਂ ਅੰਦਰ ਕਿਉਂ ਨਹੀਂ ਇਹ ਗੱਲਾਂ ਕੀਤੀਆਂ। ਤੇ ਇੱਕ ਗੱਲ ਹੋਰ ਆ ਕਿ ਸਪੀਕਰ ਨੇ ਤੇ ਜਿਹੜੀ ਵਿਧਾਨ ਸਭਾ ਦੇ ਮਾਮਲਿਆਂ ਦੀ ਕਮੇਟੀ ਉਹਨਾਂ ਨੇ ਇਹ ਭਰੋਸਾ ਦਿੱਤਾ ਕਿ ਮੌਨਸੂਨ ਸੈਸ਼ਨ ਜਿਹੜਾ ਆ ਉਹ ਜਲਦੀ ਹੋਵੇਗਾ। ਕੋਈ ਕਹਿੰਦਾ ਹਫ਼ਤੇ 'ਚ ਹੋਵੇਗਾ, ਸ਼ਾਇਦ 10-15 ਦਿਨ ਦੇ ਵਿੱਚ। ਆਸ ਰੱਖਦੇ ਹਾਂ ਕਿ ਪੰਜਾਬ ਦਾ ਜਿਹੜਾ ਇੱਕ ਸੈਸ਼ਨ ਬਕਾਇਆ ਉਹ ਇਸ ਮਹੀਨੇ ਦੇ ਅੰਦਰ ਅੰਦਰ ਹੋ ਜਾਏਗਾ ਜਿਹਦੇ ਵਿੱਚੋਂ ਕੁਝ ਗੱਲਬਾਤ, ਕੁਝ ਪੰਜਾਬ ਦੇ ਮੁੱਦਿਆਂ ਦੀ ਗੱਲ ਜਾਂ ਕੋਈ ਪੰਜਾਬ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਈ ਗੱਲ ਕਰਾਂਗੇ। ਜਿਹੜਾ ਅੱਜ ਦਾ ਸੈਸ਼ਨ ਸੀ ਉਹਦੇ ਲਈ ਤਾਂ ਇਹ ਵੀ ਰੌਲਾ ਸੀਗਾ ਕਿ ਸ਼ਾਇਦ ਉਹਦੇ ਤੇ ਵੋਟਿੰਗ ਹੋਵੇਗੀ ਜਾਂ ਕੋਈ ਸਰਕਾਰ ਨੂੰ, ਕਿਉਂਕਿ ਕਾਂਗਰਸ ਆਪਸ ਦੇ ਵਿੱਚ ਉਲਝੀ ਹੋਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਿੱਧੂ ਸਾਹਿਬ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਉੱਥੇ ਕੁਝ ਨਹੀਂ ਬੋਲੇ, ਤੁਸੀਂ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਂਦੇ। ਪਰ ਕਿਉਂਕਿ ਇਹ ਵਿਸ਼ੇਸ਼ ਸਦਨ ਸੀ ਇਹਦੇ ਲਈ ਕਿਸੇ ਕੋਲ ਕੋਈ ਪਾਵਰ ਨਹੀਂ ਸੀ, ਨਾ ਬੋਲਣ ਦੀ ਨਾ ਗੱਲ ਕਰਨ ਦੀ। ਜਿਨ੍ਹਾਂ ਨੂੰ ਸਪੀਕਰ ਨੇ ਕਹਿਣਾ ਸੀ ਉਹਨਾਂ ਨੇ ਹੀ ਗੱਲਾਂ ਕਰਨੀਆਂ ਸੀ। ਪ੍ਰਸ਼ਨ ਆਵਰਸ ਉਹਦੇ 'ਚ ਕੋਈ ਨਹੀਂ ਸੀ ਤੇ ਕੋਈ ਬਿੱਲ ਲੈ ਕੇ ਆਉਣ ਦੀ ਜਾਂ ਪ੍ਰਾਈਵੇਟ ਮੈਂਬਰ ਬਿੱਲ ਦੀ ਕੋਈ ਗੁੰਜਾਇਸ਼ ਨਹੀਂ ਸੀ। ਤਾਂ ਇਹ ਸਿਰਫ ਜਿਹੜੀਆਂ ਸਿਆਸੀ ਬਿਆਨਬਾਜ਼ੀਆਂ ਜਿਹੜੀਆਂ ਬਾਹਰ ਆ ਕੇ ਹੋਈਆਂ, ਅੰਦਰ ਉਹ ਦਿਨ ਕੁੱਲ ਮਿਲਾ ਕੇ ਸਿਰਫ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਮਹਾਨ ਰੂਹਾਂ ਪੰਜਾਬ 'ਚੋਂ ਵਿਛੜ ਗਈਆਂ ਉਹਨਾਂ ਨੂੰ ਸ਼ਰਧਾਂਜਲੀ ਸੀ ਤੇ ਬਾਅਦ ਵਿੱਚ ਸਿਰਫ ਗੁਰੂ ਸਾਹਿਬ ਦੀ ਗੱਲ ਸੀ। ਦੈਟਸ ਇਟ, ਇੰਨਾ ਹੀ ਇਹ ਸੈਸ਼ਨ ਸੀ। ਪਰ ਇੱਕ ਆਸ ਆ ਕਿ ਆਉਣ ਵਾਲੇ ਦਿਨਾਂ 'ਚ ਮਾਨਸੂਨ ਸੈਸ਼ਨ ਹੋਵੇਗਾ ਤੇ ਉਹਦੇ 'ਚ ਕੁਝ ਗੱਲਬਾਤ ਸ਼ਾਇਦ ਸਾਹਮਣੇ ਆਵੇ। ਆਸ ਯਕੀਨਨ ਪੂਰੀ ਹੋਏਗੀ ਤੁਹਾਡੀ, ਕਿਉਂਕਿ ਨਹੀਂ ਇਹ ਕਈ ਵਾਰ ਨਹੀਂ ਵੀ ਹੁੰਦੀ ਜੀ। ਪੰਜਾਬ ਭਾਰਤ ਸਰਕਾਰ ਖਾ ਗਈ ਸੀ ਸਰਦ ਰੁੱਤ ਦਾ ਸੈਸ਼ਨ। ਨਹੀਂ, ਪਰ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਸੀ ਇਹ ਵਿਸ਼ੇਸ਼ ਦਿਨ ਹੈ, ਪਰ ਇਸ ਤੋਂ ਬਾਅਦ ਜਿਹੜਾ ਰੈਗੂਲਰ ਸੈਸ਼ਨ ਉਹ ਜ਼ਰੂਰ ਹੋਏਗਾ। ਤੁਸੀਂ ਐਵੇਂ ਕੈਪਟਨ ਸਾਹਿਬ ਦਾ ਪੱਖ ਨਾ ਲਾਓ। ਉਹਨਾਂ ਨੇ 5 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਚੋਣਾਂ ਨਹੀਂ ਲੜਨੀਆਂ ਮੁੜ ਕੇ। ਚਲਿਏ ਆਪਾਂ, ਚਲੋ ਉਹ ਤਾਂ ਗੱਲ ਰਹਿ ਗਈ ਉਹਨਾਂ ਦੀ, ਪਰ ਅਸੀਂ ਸਿਆਸਤਦਾਨ ਨਹੀਂ ਬਣਦੇ, ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ। ਬਿਲਕੁਲ। ਤੇ ਮੁੱਦਿਆਂ ਦੀ ਗੱਲ ਤੋਂ ਗੱਲ ਜਿਹੜੀ ਇਸ ਵੇਲੇ ਸਾਹਮਣੇ ਆਈ ਉਹ ਕੇਂਦਰ ਸਰਕਾਰ ਨੇ ਚਿੱਠੀ ਲਿਖ ਦਿੱਤੀ ਹੈ ਪੰਜਾਬ ਸਰਕਾਰ ਨੂੰ ਜੀ। ਉਹ ਚਿੱਠੀ ਭਲਾ ਕਿਉਂ ਲਿਖੀ ਹੈ ਇਸ ਵੇਲੇ? ਭਾਰਤ ਸਰਕਾਰ ਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇੱਕ ਚਿੱਠੀ ਲਿਖੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਤੁਹਾਡੇ ਸਟੇਟ ਦੇ ਵਿੱਚ ਜਿੰਨੇ ਵੀ ਟੋਲ ਪਲਾਜ਼ੇ ਨੇ ਜਿਹੜੇ ਬੰਦ ਨੇ ਪਿਛਲੇ 1 ਸਾਲ ਤੋਂ, ਲਗਭਗ ਸਤੰਬਰ ਦੇ ਵਿੱਚ ਹੀ ਬੰਦ ਹੋ ਗਏ ਸੀ ਜਾਂ ਕੁਝ ਅਕਤੂਬਰ 'ਚ ਹੋਏ ਸੀ, ਉਹਨਾਂ ਨੂੰ ਖੁਲਵਾਇਆ ਜਾਵੇ। ਉਹਨਾਂ ਨੇ ਦੱਸਿਆ ਕਿ ਉਹ ਕੰਪਨੀਆਂ, ਉਹ ਪ੍ਰਾਈਵੇਟ ਅਥਾਰਟੀਆਂ ਜਿਨ੍ਹਾਂ ਨੇ ਉਹ ਸੜਕਾਂ ਦਾ ਨਿਰਮਾਣ ਕਰਵਾਇਆ ਜਾਂ ਉਹਨਾਂ ਦੀ ਮੇਨਟੇਨੈਂਸ ਦੇ ਠੇਕੇ ਨੇ ਜਿਨ੍ਹਾਂ ਕੋਲ, ਉਹਨਾਂ ਦਾ 800 ਕਰੋੜ ਤੋਂ ਜ਼ਿਆਦਾ ਕੁਝ ਨੁਕਸਾਨ ਜਿਹੜਾ ਆ ਉਹ ਹੋ ਚੁੱਕਾ। ਉਹਦੇ 'ਚ ਉਹਨਾਂ ਨੇ ਗਿਣਤੀ ਵੀ ਦੱਸੀ ਆ ਕਿ ਕਿੰਨੇ ਟੋਲ ਪਲਾਜ਼ੇ ਨੇ ਪੰਜਾਬ ਦੇ ਤੇ ਕਿੰਨੇ ਹਰਿਆਣੇ ਦੇ ਤੇ ਕਿੰਨੇ ਰਾਜਸਥਾਨ ਦੇ। ਸਭ ਤੋਂ ਵੱਧ ਸ਼ਾਇਦ ਰਾਜਸਥਾਨ 'ਚ ਨੇ ਟੋਲ ਪਲਾਜ਼ੇ, ਉੱਥੇ ਵੀ ਬੰਦ ਨੇ, ਕੁਝ ਹਰਿਆਣੇ 'ਚ ਵੀ ਕੁਝ ਬੰਦ ਨੇ। ਤੇ ਮੈਂ ਯਾਦ ਕਰਾਵਾਂਗਾ ਕਿ ਪੰਜਾਬ ਸਰਕਾਰ ਨੂੰ ਇਹ ਚਿੱਠੀ ਪਿਛਲੇ ਸਾਲ ਵੀ ਆਈ ਸੀ ਇੱਕ ਨਿਤਨ ਗਡਕਰੀ ਵੱਲੋਂ ਤੇ ਉਹਦੇ ਤੇ ਵੀ ਉਹਨਾਂ ਨੇ ਹਾਲੇ ਤੱਕ ਕੋਈ ਚੁੱਪ ਵੱਟੀ ਹੋਈ ਆ। ਦੇਖੋ ਅਜਿਹਾ ਨੋਟਿਸ ਆ ਉਹ ਬੀਤੇ ਦਿਨੀ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਦਿੱਤਾ ਤੇ ਅੱਜ ਵੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਟਿੱਕਰੀ ਬਾਰਡਰ ਦੇ ਜਿਹੜੇ ਇੰਡਸਟਰੀਅਲਿਸਟ ਨੇ ਜਿੱਥੇ ਉਹਨਾਂ ਦੀ ਇੰਡਸਟਰੀ ਆ, ਉਹ ਅੱਜ ਵੀ ਉਹਨਾਂ ਅਧਿਕਾਰੀਆਂ ਨੂੰ
ਮਿਲੇ ਨੇ ਜੀ ਕਿ ਸੜਕ ਤੇ ਅਸੀਂ ਟੋਲ ਦਿੰਨੇ ਆ ਜਾਂ ਸੜਕ ਤੇ ਅਸੀਂ ਟੈਕਸ ਦਿੰਨੇ ਆ ਜਾਂ ਸੜਕ ਬਣੀ ਹੋਈ ਆ ਤੇ ਉੱਥੇ ਬਹੁਤ ਲੰਬੇ ਸਮੇਂ ਤੋਂ ਜਾਮ ਲੱਗਾ ਹੋਇਆ ਤੇ ਸਾਡਾ ਇੰਡਸਟਰੀ ਦਾ ਉਹਦੇ ਨਾਲ ਨੁਕਸਾਨ ਹੋਇਆ। ਜੀ ਪਰ ਉਹਨਾਂ ਨੇ ਗੱਲ ਬੜੇ ਸੋਹਣੇ ਤਰੀਕੇ ਨਾਲ ਰੱਖੀ ਆ ਕਿ ਜੇ ਤੁਸੀਂ ਸਾਰੀ ਨਹੀਂ ਖਲਵਾ ਸਕਦੇ ਤਾਂ ਸੜਕ ਦਾ ਇੱਕ ਪਾਸਾ ਹੀ ਖਲਵਾ ਦਿਓ, ਜਿਹਦੇ ਨਾਲ ਸਾਡਾ ਜਿਹੜਾ ਆਉਣ ਜਾਣ ਆ ਉਹ ਬਣਿਆ ਰਵੇ ਤੇ ਨੁਕਸਾਨ ਜਿਹੜਾ ਇੰਡਸਟਰੀ ਦਾ ਨੁਕਸਾਨ ਘੱਟੋ ਘੱਟ ਨਾ ਹੋਵੇ। ਜੀ ਤੇ ਜਿਹੜੀ ਉਹ ਟੋਲ ਪਲਾਜ਼ੇ ਵਾਲੀ ਚਿੱਠੀ ਆ ਉਹਦੇ 'ਚ ਉਹਨਾਂ ਨੇ ਉਹ ਕਰੋੜਾਂ ਰੁਪਏ ਦੀ ਗੱਲ ਕੀਤੀ ਆ ਕਿ 8-850 ਕਰੋੜ ਦਾ ਉਹਨਾਂ ਕੰਪਨੀਆਂ ਨੂੰ ਨੁਕਸਾਨ ਹੋ ਗਿਆ ਤੇ ਬਾਅਦ ਵਿੱਚ ਉਹ ਕੋਰਟ ਜਾਣਗੀਆਂ ਜਾਂ ਸਾਨੂੰ ਉਹਨਾਂ ਦਾ ਸਮਾਂ ਵਧਾਉਣਾ ਪਵੇਗਾ। ਜੀ ਦੇਖੋ ਪਰ ਇਹ ਗੱਲ ਇਹ ਆ ਕਿ ਅਸੀਂ ਕਈ ਵਾਰ ਇਹ ਗੱਲ ਕਰਦੇ ਹਾਂ, ਅਸੀਂ ਕਿਸੇ ਸਿਆਣੇ ਬੰਦੇ ਕੋਲ ਜਾਂਦੇ ਹਾਂ ਕਿ ਸਾਡਾ ਮੁੰਡਾ ਸਾਡੀ ਗੱਲ ਨਹੀਂ ਸੁਣਦਾ ਜਾਂ ਸਾਡੀ ਨੂੰਹ ਸਾਡੀ ਗੱਲ ਨਹੀਂ ਸੁਣਦੀ ਤੇ ਉਹ ਬੰਦਾ ਕਹਿੰਦਾ ਭਾਈ ਤੁਹਾਡੇ ਘਰ ਦਾ ਮਾਮਲਾ ਆ, ਇਹਨੂੰ ਘਰ ਬੈਠ ਕੇ ਸਮਝਾਓ। ਜੇ ਇਹਨੂੰ ਮੈਂ ਦੂਜੇ ਭਾਸ਼ਾ 'ਚ ਕਹਾਂ ਤੇ ਕਈ ਵਾਰ ਸਾਨੂੰ ਸਾਡੀ ਮੁਸੀਬਤ ਦਾ, ਸਾਨੂੰ ਸਾਡੀ ਸਮੱਸਿਆ ਦਾ ਅਸਲ ਕਾਰਨ ਨਹੀਂ ਪਤਾ ਹੁੰਦਾ ਤੇ ਅਸੀਂ ਉਹਦੇ ਲਈ ਬੇਥਵੀਆਂ ਮਾਰਦੇ ਹਾਂ ਤੇ ਹੱਲ ਕਿਤੇ ਹੋਰ ਲੱਭਦੇ ਹਾਂ। ਜਾਂ ਇਦਾਂ ਸਮਝ ਲਓ ਵੀ ਦੁੱਖ ਦਾ ਤਾਂ ਸਿਰ ਆ ਤੇ ਗੋਲੀ ਅਸੀਂ ਢਿੱਡ ਦਰਦ ਦੀ ਖਾ ਰਹੇ ਹਾਂ। ਸਮੱਸਿਆ ਤੇ ਹੈ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ, ਜਿਹਦੇ ਵਜ੍ਹਾ ਨਾਲ ਉਹ ਕੇਂਦਰ ਸਰਕਾਰ ਦੇ ਨਾਲ ਨਾਰਾਜ਼ ਨੇ ਤੇ ਇਹ ਜਿਹੜੇ ਟੋਲ ਪਲਾਜ਼ੇ ਨੇ ਉਹ ਬੰਦ ਨੇ। ਇਕੱਲੇ ਟੋਲ ਪਲਾਜ਼ੇ ਨਹੀਂ ਬੰਦ, ਕੁਝ ਖਾਸ ਕੰਪਨੀਆਂ ਦੇ ਸ਼ੋਰੂਮ ਵੀ ਬੰਦ ਨੇ ਤੇ ਇੱਕ ਦਿੱਲੀ ਦੇ 2-3 ਵੱਡੇ ਰਸਤੇ ਲੰਬੇ ਸਮੇਂ ਤੋਂ ਬੰਦ ਨੇ। ਉੱਥੋਂ ਦੇ ਲੋਕ ਪਟੀਸ਼ਨਸ ਪਾ ਚੁੱਕੇ ਨੇ, ਸੁਪਰੀਮ ਕੋਰਟ ਇਹ ਗੱਲ ਕਹਿ ਚੁੱਕੀ ਹੈ। ਦੇਖੋ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਾਨੂੰਨ ਪਾਸ ਕੀਤਾ ਹੋਇਆ ਕਿ ਸੜਕ ਨੂੰ ਕਿਸੇ ਵੀ ਧਰਨੇ ਲਈ ਬੰਦ ਨਹੀਂ ਕੀਤਾ ਜਾ ਸਕਦਾ। ਉਹਦੇ ਬਾਵਜੂਦ ਵੀ ਹੁਣ ਤੱਕ ਕਈ ਪਟੀਸ਼ਨਾਂ 'ਚ ਸੁਪਰੀਮ ਕੋਰਟ ਨੇ ਸਾਫ਼ ਇਹ ਗੱਲ ਕੀਤੀ ਹੈ ਕਿ ਅਸੀਂ ਕਿਸਾਨਾਂ ਨੂੰ ਇਹ ਧਰਨਾ ਚੁੱਕਣ ਨੂੰ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਵਿਰੋਧ ਕਰਨਾ ਉਹਨਾਂ ਦਾ ਹੱਕ ਆ। ਸੋਲਿਸਿਟਰ ਜਨਰਲ ਨੇ ਜਾਂ ਵੱਖ-ਵੱਖ ਵਕੀਲਾਂ ਨੇ ਵੀ ਇਹ ਗੱਲ ਕਹੀ ਕਿ ਸੜਕਾਂ ਬੰਦ ਨੇ। ਉਹ ਕਹਿੰਦੇ ਨੇ ਸੜਕਾਂ ਜੇ ਬੰਦ ਨੇ ਤੇ ਉਹਨਾਂ ਨੂੰ ਖੁਲਵਾਉਣਾ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦਾ ਜਿਹੜਾ ਮੁੱਦਾ ਹੈ। ਸੋ ਹੁਣ ਸੈਂਟਰ ਗਵਰਨਮੈਂਟ ਜਿਹੜੀ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਰਹੀ ਆ, ਇਹੀ ਚਿੱਠੀ ਜੇ ਉਹ ਕਿਸਾਨਾਂ ਨੂੰ ਲਿਖਣ ਕਿਉਂਕਿ ਕਿਸਾਨ ਉਹਨਾਂ ਨੂੰ ਚਿੱਠੀ ਲਿਖ ਚੁੱਕੇ ਨੇ ਇੱਕ ਵਾਰ, ਉਹ ਬੜਾ ਟਾਈਮ ਹੋ ਗਿਆ ਉਸ ਗੱਲ ਨੂੰ ਵੀ। 22 ਜਨਵਰੀ ਨੂੰ ਆਖਰੀ ਮੀਟਿੰਗ ਹੋਈ ਆ ਤੇ ਹੁਣ ਸਤੰਬਰ ਵੀ ਪਹਿਲਾ ਹਫਤਾ ਆ ਗਿਆ ਤੇ ਇਹੀ ਚਿੱਠੀ ਕੇਂਦਰ ਸਰਕਾਰ ਜੇ ਕਿਸਾਨ ਅਥਾਰਟੀਆਂ ਨੂੰ ਲਿਖੇ, ਉਹਨਾਂ ਨੂੰ ਬੁਲਾਵੇ ਜਾਂ ਉਹਨਾਂ ਕੋਲ ਜਾਵੇ ਤੇ ਉਹਨਾਂ ਨਾਲ ਉਹ ਜਿਹੜਾ ਮਸਲਾ ਆ ਉਹ ਹੱਲ ਕਰੇ ਤੇ ਸਾਰੇ ਟੋਲ ਪਲਾਜ਼ੇ ਸਵੇਰੇ ਖੁੱਲ੍ਹ ਜਾਣੇ ਨੇ ਤੇ ਕਿਸਾਨ ਵੀ ਆਪਣੇ ਘਰਾਂ ਨੂੰ ਆ ਜਾਣਗੇ। ਇਹ ਇੱਕ ਸਮੱਸਿਆ ਜਿਹੜੀ ਆ ਉਹ ਕਿਤੇ ਹੋ ਰਿਹਾ ਤੇ ਕੇਂਦਰ ਸਰਕਾਰ ਜਿਹੜਾ ਉਹਦਾ ਹੱਲ ਆ ਉਹ ਕਿਤੇ ਹੋਰ ਲੱਭ ਰਹੀ ਆ। ਹਾਲਾਂਕਿ ਜਿਹੜੀ ਚਿੱਠੀ ਆ ਇਹ ਸਿਰਫ ਉਹ ਜਿਹੜੀ ਟੋਲ ਕੰਪਨੀ ਆ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੋਣਾ ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਤੇ ਅਸੀਂ ਜਾਣਦੇ ਹਾਂ ਕਿ ਪੰਜਾਬ ਸਰਕਾਰ ਦੇ ਹਾਲਾਤ ਜਾਂ ਪੰਜਾਬ ਦੇ ਵਿੱਚ ਜੋ ਸਰਕਾਰ ਦਾ ਇਸ ਵੇਲੇ ਸਿਸਟਮ ਬਣਿਆ ਹੋਇਆ ਕਿਸਾਨਾਂ ਦੇ ਵਿਰੋਧ ਨੂੰ ਝੱਲਣ ਲਈ ਤੇ ਕੋਈ ਵੀ ਨਹੀਂ ਤਿਆਰ ਤੇ ਟੋਲ ਪਲਾਜ਼ੇ ਖੋਲ੍ਹਣੇ ਜਾਂ ਇਹ ਸੜਕਾਂ ਦੇ ਉੱਤੋਂ ਧਰਨੇ ਨੂੰ ਉਠਾਉਣਾ ਜਿਹੜਾ ਆ ਇਹ ਏਡਾ ਸੌਖਾ ਨਹੀਂ ਹੈ। ਇਹ ਮੁਸ਼ਕਲ ਜਿਹੜੀ ਆ ਬਣੀ ਹੋਈ ਆ। ਪਰ ਸਾਡੇ ਦੇਸ਼ ਦੇ ਖੇਤੀ ਮੰਤਰੀ ਲਈ ਇੱਕ ਬਿਆਨ ਦੇਣਾ ਕਿੰਨਾ ਸੌਖਾ ਹੈ। ਅਸਲੀ ਮੁੱਦਿਆਂ ਤੋਂ ਹਟ ਕੇ ਕੁਝ ਹੋਰ ਬੋਲ ਰਹੇ ਨੇ ਨਰਿੰਦਰ ਸਿੰਘ ਤੋਮਰ। ਜਿੱਦਾਂ ਅਸੀਂ ਹੁਣੇ ਹੀ ਗੱਲ ਕਰ ਰਹੇ ਸੀ ਕਿ ਕੇਂਦਰ ਸਰਕਾਰ ਨੇ, ਭਾਰਤ ਦੀ ਕੇਂਦਰ ਸਰਕਾਰ ਨੇ ਜਾਂ ਭਾਰਤ ਦੀ ਸੰਘੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਟੋਲ ਪਲਾਜ਼ੇ ਖੋਲ੍ਹਣ ਲਈ। ਇਸੇ ਤਰ੍ਹਾਂ ਨਰਿੰਦਰ ਸਿੰਘ ਤੋਮਰ ਜਿਹੜੇ ਕੇਂਦਰ 'ਚ ਖੇਤੀ ਮੰਤਰੀ ਨੇ, ਜਿਨ੍ਹਾਂ ਦੀ ਸਭ ਤੋਂ ਵੱਧ ਕਿਰਕਰੀ ਪਿਛਲੇ 2 ਸਾਲਾਂ 'ਚ ਹੋਈ ਆ ਇਹਨਾਂ ਕਾਨੂੰਨਾਂ ਨੂੰ ਲੈ ਕੇ, ਕਿਉਂਕਿ ਉਹ ਮੀਟਿੰਗਾਂ ਦਾ ਹਿੱਸਾ ਬਣਦੇ ਰਹੇ ਨੇ ਤੇ ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਉਹਨਾਂ ਨੂੰ ਉੱਥੇ ਗੱਲ ਨਹੀਂ ਸੀ ਆਉਂਦੀ। ਪਾਣੀ ਪੀ ਕੇ ਆਪਣੇ ਖੁਸ਼ਕ ਗਲੇ ਨੂੰ ਤਰ ਕਰਨ ਦੀ ਕੋਸ਼ਿਸ਼ ਕਰਦੇ ਸੀ। ਮੀਟਿੰਗਾਂ 'ਚੋਂ ਉੱਠ ਕੇ ਜਾ ਕੇ ਉਹ ਗ੍ਰਹਿ ਮੰਤਰੀ ਨਾਲ ਜਾਂ ਹੋਮ ਮਿਨਿਸਟਰੀ ਨਾਲ ਜਾਂ PMO ਦੇ ਵਿੱਚ ਕੁਝ ਅਧਿਕਾਰੀਆਂ ਨਾਲ ਜਾਂ ਪਤਾ ਨਹੀਂ ਪ੍ਰਧਾਨ ਮੰਤਰੀ ਨਾਲ ਕਰਦੇ ਹੋਣਗੇ, ਉਹਨਾਂ ਨਾਲ ਗੱਲਾਂ ਕਰਦੇ ਸੀ ਤੇ ਫਿਰ ਆ ਕੇ ਬੈਠਦੇ ਸੀ ਤੇ ਕਈ ਵਾਰ ਸਿਰ ਸੁੱਟ ਕੇ ਬਹਿ ਜਾਂਦੇ ਸੀ ਤੇ ਕਈ ਵਾਰ ਕਿੰਨਾ ਸਮਾਂ ਉਹ ਬੋਲਦੇ ਨਹੀਂ ਸੀ। ਪਰ ਪਾਰਟੀ ਲਾਈਨ ਤੇ ਬੋਲਣ ਤੋਂ ਇੰਨੇ ਮਜਬੂਰ ਨੇ ਕਿ ਹਾਲੇ ਵੀ ਉਹ ਜਿਹੜਾ ਕੋਰਾ ਝੂਠ ਆ ਉਹਨੂੰ ਪੜਨ ਦੀ ਬਜਾਏ ਇਹੀ ਗੱਲ ਕਹਿ ਰਹੇ ਨੇ ਕਿ ਇਹ ਕਾਨੂੰਨ ਜਿਹੜੇ ਨੇ ਉਹ ਬਹੁਤ ਚੰਗੇ ਨੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਖੇਤੀ ਸੈਕਟਰ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਨਜਿੱਠਣ ਲਈ ਭਾਰਤ ਸਰਕਾਰ ਬਹੁਤ ਗੰਭੀਰ ਆ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਖੇਤੀ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਨਾਲ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਰਾਹ ਆ ਉਹ ਪੱਧਰਾ ਹੋਵੇਗਾ। ਵੱਡਾ ਨਿਵੇਸ਼ ਜਿਹੜਾ ਆ ਪ੍ਰਾਈਵੇਟ ਸੈਕਟਰ ਤੋਂ ਉਹ ਇੱਥੇ ਆਵੇਗਾ ਤੇ ਉਹਦੇ ਨਾਲ ਹੀ ਜਿਹੜੀ ਖੇਤੀ ਦੀ ਉਹਦੀ ਦਸ਼ਾ ਤੇ ਦਿਸ਼ਾ ਜਿਹੜੀ ਆ ਉਹ ਸੁਧਰੇਗੀ। ਦੇਖੋ ਇਹ ਗੱਲ ਬਿਲਕੁਲ ਦਰੁਸਤ ਆ ਉਹਨਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ, ਪਰ ਦਸ਼ਾ ਤੇ ਦਿਸ਼ਾ ਖੇਤੀ ਦੀ ਸੁਧਰੇਗੀ, ਦਸ਼ਾ ਤੇ ਦਿਸ਼ਾ ਭਾਰਤ ਦੀ ਵੀ ਸੁਧਰੇਗੀ। ਪਰ ਉਹ ਜਿਹੜੇ ਲੋਕ ਨੇ, ਉਹ ਜਿਹੜੇ 60 ਕਰੋੜ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਨੇ, ਉਹ ਫਿਰ ਸਿਰਫ ਔਰ ਸਿਰਫ ਲੇਬਰ ਵਾਲੇ ਬਣ ਕੇ ਰਹਿ ਜਾਣਗੇ, ਉਹ ਕਿਸਾਨ ਨਹੀਂ ਰਹਿਣਗੇ। ਇਹ ਗੱਲ ਭਾਰਤ ਸਰਕਾਰ ਨੂੰ ਵੀ ਸਮਝਣੀ ਪੈਣੀ ਆ ਤੇ ਇਹ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਇਹਨਾਂ ਨੂੰ ਵੀ ਸਮਝਣੀ ਪੈਣੀ ਆ ਕਿ ਖੇਤੀ ਜਿਹੜੀ ਆ ਉਹ ਸਿਰਫ ਇੱਕ ਕਿੱਤਾ ਨਹੀਂ ਹੈ, ਇਹ ਇੱਥੇ ਦੀ ਲਾਈਫਲਾਈਨ ਆ, ਇਹ ਜੀਵਨ ਜਾਂਚ ਆ। ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਆ ਇਮੋਸ਼ਨਸ ਵੀ ਜੁੜੇ ਹੋਏ ਨੇ। ਗੱਲ ਸਿਰਫ ਇਮੋਸ਼ਨਸ ਦੀ ਵੀ ਨਹੀਂ ਹੈਗੀ, ਉਹ ਲੋਕ ਜਿਹੜੇ ਇਸ ਜ਼ਮੀਨ ਨੂੰ
ਜੇ ਕੋਈ ਗਵਾਂਢੀ ਵੀ ਪੁੱਛ ਲਿਆ ਕਿ ਤੁਸੀਂ ਜ਼ਮੀਨ ਵੇਚਦੇ ਆ ਤੇ ਲੜਾਈ ਹੋ ਜਾਂਦੀ ਹੈ। ਤੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਾਰਪੋਰੇਟ ਦੇ ਨਾਲ ਜਾਂ ਨਿਵੇਸ਼ ਦੇ ਨਾਲ ਤੁਸੀਂ ਜੋੜ ਕੇ ਨਹੀਂ ਦੇਖ ਸਕਦੇ। ਜਿੰਨਾ ਕੁ ਨੁਕਸਾਨ ਇਹਨਾਂ ਕਾਰਪੋਰੇਟਸ ਨੇ ਬਾਕੀ ਦੁਨੀਆ ਦੇ ਹਿੱਸਿਆਂ ਦੇ ਵਿੱਚ ਕੀਤਾ ਆ, ਜੇ ਇੱਥੇ ਹੋ ਗਿਆ ਤੇ ਇੱਥੇ ਹੋਰ ਵੀ ਜਿਹੜੇ ਹਾਲਾਤ ਨੇ ਉਹ ਖਰਾਬ ਹੋਣ ਵਾਲੇ ਨੇ। ਸਰਕਾਰ ਹਾਲੇ ਤੱਕ ਸਿਰਫ ਔਰ ਸਿਰਫ ਬਹੁਤ ਨੇੜੇ ਦੇਖ ਕੇ ਕਹਿ ਰਹੀ ਆ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣਾ ਹੈ, ਕ੍ਰੌਪਸ ਦੀ ਡਾਈਵਰਸੀਫਿਕੇਸ਼ਨ ਤੋਂ ਬਚਣਾ ਹੈ, ਜਾਂ ਪਾਣੀ ਦੇ ਤਰੀਕਿਆਂ ਤੋਂ ਬਚਣਾ ਹੈ, ਜਾਂ ਜਿਹੜੀਆਂ ਖਾਦਾਂ ਤੇ ਦਵਾਈਆਂ ਦੀ ਜਿਹੜੀ ਅਤੀ ਵਰਤੋਂ ਉਹ ਤੋਂ ਬਚਣਾ ਹੈ। ਸਿਰਫ ਔਰ ਸਿਰਫ ਆਪਣੇ ਕੰਮ ਤੋਂ ਬਚਣ ਲਈ, ਜ਼ਿੰਮੇਵਾਰੀਆਂ ਤੋਂ ਭੱਜਦੇ ਹੋਏ ਇਹ ਕਾਰਪੋਰੇਟਸ ਨੂੰ ਸਾਰਾ ਕੁਝ ਦੇ ਰਹੇ ਨੇ। ਕਾਰਪੋਰੇਟਸ ਨੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੱਡਾ ਮਾਰਕਾ ਨਹੀਂ ਮਾਰਿਆ ਜਿਹੜਾ ਕਿ ਸਮਾਜਵਾਦ ਨਾਲ ਨਾ ਮਾਰਿਆ ਗਿਆ ਹੋਵੇ। ਤੇ ਸ਼ਰਮਾ ਜੀ, ਇਹ ਮੁੱਦਾ ਜਿਹੜਾ ਨਾ ਬੜਾ ਵਿਸ਼ਾਲ ਹੈ, ਹੋਰ ਟਾਈਮ ਚਾਹੀਦਾ ਹੈ, ਪਰ ਸਾਡੇ ਕੋਲ ਇਸ ਪ੍ਰੋਗਰਾਮ 'ਚ ਇਸ ਮੁੱਦੇ ਤੇ ਵਿਚਾਰ ਚਰਚਾ ਕਰਨ ਲਈ ਅੱਜ ਦੇ ਪ੍ਰੋਗਰਾਮ ਦਾ ਟਾਈਮ ਖਤਮ ਹੈ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕੋ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਅੱਜ ਦੇ ਵਿਚਾਰ ਚਰਚਾ ਦੇ ਇਸ ਹਿੱਸੇ ਨਾਲ ਜੁੜਨ ਲਈ ਨਵੇਂ ਮੁੱਦਿਆਂ ਨਾਲ ਫੇਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ।